ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕੱਲ ਇੱਕ ਦ੍ਰਿਸ਼ ਆਪਾਂ ਸਾਰਿਆਂ ਨੇ ਦੇਖਿਆ ਤੇ ਕਿੰਨਾ ਚੰਗਾ ਹੁੰਦਾ ਜੇ ਆਪਾਂ ਦੂਜਾ ਦ੍ਰਿਸ਼ ਵੇਖਦੇ ਜਿਹੜਾ ਅਸੀਂ ਵੇਖਣੋਂ ਵਾਂਝੇ ਰਹਿ ਗਏ। ਤੁਸੀਂ ਦੇਖੋ, ਜੇ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਦੇ ਵਿੱਚ 5000 ਬੰਦਾ ਸਾਹਮਣੇ ਬੈਠਾ ਹੁੰਦਾ ਲੱਖ ਬੰਦੇ ਦੀ ਬਜਾਏ, ਤੇ ਪ੍ਰਧਾਨ ਮੰਤਰੀ ਸੰਬੋਧਿਤ ਕਰਦੇ ਹੁੰਦੇ, ਤਾਂ ਨੈਸ਼ਨਲ ਔਰ ਸਾਡਾ ਆਪਣਾ ਮੀਡੀਆ, ਸੋਸ਼ਲ ਮੀਡੀਆ ਇਹਨੂੰ ਕਿਵੇਂ ਦਿਖਾਉਂਦਾ, ਇਹ ਬੜਾ ਦਿਲਚਸਪ ਹੋਣਾ ਸੀ। ਆਪਾਂ ਇਹ ਵੇਖਣ ਤੋਂ ਖੁੰਝ ਗਏ। ਦੂਜਾ ਸਵਾਲ, ਕੀ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੱਲ ਐਲਾਨ ਕਰਨੇ ਸੀ ਆਪਾਂ ਉਹਨਾਂ ਨੂੰ ਐਲਾਨ ਹੋਏ ਮੰਨ ਲਈਏ ਬਿਨਾਂ ਐਲਾਨ ਕੀਤਿਆਂ, ਕਿਉਂਕਿ ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ ਆ ਗਏ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਸਭ ਕਰਨਾ ਸੀ, ਜਾਂ ਫਿਰ ਕਿਤੇ ਦੁਬਾਰਾ ਇਹਦੀ ਵਾਰੀ ਆਊਗੀ ਇਹਨਾਂ ਗੱਲਾਂ ਦੀ? ਤੀਜੀ ਗੱਲ, ਇਸੇ ਦੌਰਾਨ ਦੇ ਵਿੱਚ ਕੱਲ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨ ਪੂਰੀ ਤਰ੍ਹਾਂ ਸਰਗਰਮ ਰਿਹਾ ਕਿ ਇਹ ਸਾਰੇ ਘਟਨਾਕ੍ਰਮ ਦੇ ਦੌਰਾਨ ਜਲਦੀ ਨਾਲ ਚੋਣ ਜ਼ਾਬਤਾ ਲਾਗੂ ਹੋ ਜਾਊਗਾ। ਅਗਲੀ ਗੱਲ, ਕੱਲ ਹਸ਼ਰ ਦਾ ਦਿਨ ਸੀ, ਨੋ ਡਾਊਟ। ਕੱਲ ਮਜੀਠੀਆ ਮਾਮਲੇ ਦੇ ਵਿੱਚ ਜਿਹੜੀ ਭਾਵੇਂ 10 ਤਰੀਕ ਪਈ ਆ, ਲੇਕਿਨ ਪੈਰਵਾਈ ਗਹਿ-ਗੱਛ ਹੋਈ। ਲੇਕਿਨ ਇਹਦੇ ਦਰਮਿਆਨ 'ਚ ਇੱਕ ਮਜੀਠਾ ਥਾਣੇ ਦੇ ਵਿੱਚ FIR ਕੀਤੀ ਗਈ। ਇਹਦਾ ਕੋਈ ਸਬੰਧ ਕਿਹਦੇ ਨਾਲ ਆ ਮੈਨੂੰ ਨਹੀਂ ਪਤਾ, ਲੇਕਿਨ ਇਹ ਅੱਜ ਨਸ਼ਰ ਹੋਇਆ, ਇਹ ਚੀਜ਼ਾਂ ਸਾਹਮਣੇ ਆਈਆਂ। ਕਦੇ ਸਿਮਰਜੀਤ ਸਿੰਘ ਬੈਂਸ ਬਹੁਤ ਵੱਡਾ ਚਿਹਰਾ ਸੀ, ਲੜਾਕੂ, ਹਰ ਜਗ੍ਹਾ ਖੜੇ ਨਜ਼ਰ ਆਉਣਾ, ਜਿੱਥੇ ਕੋਈ ਘਟਨਾ ਵਾਪਰਦੀ ਪੰਜਾਬੀ ਤੇ ਪੰਜਾਬੀਅਤ ਦਾ ਚਿਹਰਾ ਬਣਨ ਦਾ ਯਤਨ ਹੁੰਦਾ ਸੀ। ਤੇ ਅੱਜ ਉਹ ਇੱਕ ਕੇਸ ਨੂੰ ਲੈ ਕੇ ਦੱਬੇ ਨੇ। ਹੁਣ ਉਹ ਕੇਸ ਤਬਦੀਲ ਕਰਨ ਦੀ ਗੱਲ ਕਰਦੇ ਆ। ਇਹਦੇ ਬਾਰੇ ਵੀ ਤੁਹਾਡੇ ਕੋਲ ਜਾਣਕਾਰੀ ਲੈਣੀ। ਕੱਲ ਕੈਬਨਿਟ ਵੀ ਜੁੜੀ ਸੀ ਪੰਜਾਬ ਦੀ, ਹਜ਼ਾਰ ਦੇਣ ਦੀ ਗੱਲ ਕਰਦੇ ਆ। ਇਹ ਕੀ ਹੈ, ਇਹਦੇ ਤੇ ਮੈਂ ਤੁਹਾਥੋਂ ਸਵਾਲ ਪੁੱਛਣਾ ਹੈ। ਪਰ ਨਾਲ ਦੀ ਨਾਲ ਕਾਂਗਰਸ ਨੇ ਨੈਸ਼ਨਲ ਲੈਵਲ ਤੇ ਆਪਣੀਆਂ ਸਾਰੀਆਂ ਵੱਡੀਆਂ ਰੈਲੀਆਂ ਰੱਦ ਕਰਤੀਆਂ ਕਿ ਸਾਰੇ ਦੇ ਸਾਰੇ ਜਿੰਨੇ ਵੀ ਸਿਆਸੀ ਦਲ ਨੇ ਉਹ ਰੱਦ ਕਰਨਗੇ ਆਪਣੇ ਇਸ ਤਰ੍ਹਾਂ ਦੇ ਪ੍ਰੋਗਰਾਮ, ਕਿਉਂਕਿ ਕਰੋਨਾ ਦੀ ਚਾਲ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਇੱਕ ਦੋ ਹੋਰ ਖਬਰਾਂ ਨੇ, ਉਮਰ ਦਾ ਅਸਰ ਹੈ, ਮੈਂ ਭੁੱਲ ਵੀ ਜਾਣਾ, ਵਿੱਚ ਲੈ ਲਾਂਗੇ, ਅਹਿਮ ਖਬਰਾਂ ਨੇ ਉਹ। ਪਰ ਮੈਂ ਤੁਹਾਨੂੰ ਇਹ ਹੁਣ ਸਭ ਤੋਂ ਪਹਿਲਾਂ ਪੁੱਛਣਾ ਕਿ ਕੀ ਪੰਜਾਬੀਆਂ ਨੇ ਇੱਕ ਮੌਕਾ ਗਵਾਇਆ? ਪ੍ਰਧਾਨ ਮੰਤਰੀ ਸਾਹਿਬ ਨੂੰ ਰੋਕਣਾ ਸ਼ਾਇਦ ਮੈਨੂੰ ਲੱਗਦਾ ਉਹਨਾਂ ਫਾਇਦੇਮੰਦ ਨਹੀਂ ਰਿਹਾ। ਉਂਝ ਕਹਿੰਦੇ ਅਸੀਂ 2000 ਬੰਦਾ ਪੰਜਾਬ ਪੁਲਿਸ ਤਾਂ ਲਾਇਆ ਸੀ ਰੂਟ ਤੇ, ਫਿਰ ਵੀ ਰੂਟ ਰੁਕ ਗਿਆ। ਇਹ ਵੀ ਸਮਝ ਨਹੀਂ ਆਉਂਦਾ। ਵੈਸੇ ਸਿਆਸੀ ਆਗੂਆਂ ਨੇ ਬਹੁਤ ਬਿਆਨਬਾਜ਼ੀ ਇੱਥੇ ਕੀਤੀ ਆ, ਨਾਮ ਹੀ ਕਰਦੇ ਸਰ ਜਾਣਾ ਸੀ, ਪਰ ਹਰੇਕ ਨੇ ਇੱਕ ਦੂਜੇ ਤੋਂ ਅੱਗੇ ਹੋ ਕੇ ਆਪਣੀ ਗੱਲ ਰੱਖੀ ਆ। ਹੁਣ ਮੈਂ ਤੁਹਾਡੀ ਰਾਏ ਵੀ ਜਾਣਨਾ ਚਾਹੁੰਦਾ ਹੈ। ਇਹ ਦਿਲਚਸਪ ਆ, ਕਈ ਵਾਰੀ ਸਾਨੂੰ ਵੀ ਲੋਕ ਨਿਸ਼ਾਨੇ ਤੇ ਲੈਂਦੇ ਆ, ਪਰ ਸਾਡਾ ਮਕਸਦ ਪੰਜਾਬ ਪ੍ਰਤੀ ਮੁਹੱਬਤ ਆ ਤੇ ਆਪਣੇ ਲੋਕਾਂ ਪ੍ਰਤੀ ਮੁਹੱਬਤ ਆ, ਔਰ ਸਾਰਿਆਂ ਦੀ ਹੁੰਦੀ ਹੈ। ਮੇਰਾ ਨਹੀਂ ਖਿਆਲ, ਹਾਂ ਨਜ਼ਰੀਏ ਅਲੱਗ-ਅਲੱਗ ਹੁੰਦੇ ਆ। ਮੈਨੂੰ ਦੱਸਿਓ ਜੇ ਉਹ ਦ੍ਰਿਸ਼ ਹੁੰਦਾ ਜਿੱਥੇ ਇੱਕ ਇਕੱਠ ਜਿੰਨਾ ਕੁ ਆਪਾਂ ਦੇਖਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਬੋਲਦੇ ਸੀ, ਕਿਉਂਕਿ ਬਹੁਤਾ ਦੇ ਵੱਧ ਨਹੀਂ ਜਾਣਾ, ਆਪਾਂ ਮੌਕਾ ਗਵਾਇਆ ਸੁਰਖੀ ਉਹ ਵੇਖਣ ਦਾ ਕਿ ਕਿੱਦਾਂ ਦੀ ਹੁੰਦੀ। ਜੀ ਰੰਧਾਵਾ ਜੀ, ਤੁਸੀਂ ਇੱਕ ਚੀਜ਼ ਦੇਖੋ, ਇਸ ਵਿਜ਼ਿਟ ਦੀ, ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਇਸ ਵਿਜ਼ਿਟ ਦੀਆਂ ਚਰਚਾਵਾਂ ਬਹੁਤ ਦਿਨਾਂ ਤੋਂ ਸੀ। ਔਰ ਤੁਹਾਨੂੰ ਯਾਦ ਹੋਣਾ, ਕੱਲ ਮੈਂ ਇੱਕ ਗੱਲ ਕਹੀ ਸੀ ਕਿ ਵੈਸੇ ਤਾਂ ਇਹ ਰੈਲੀ ਹੋਣੀ ਨਹੀਂ ਸੀ ਚਾਹੀਦੀ। ਪ੍ਰਧਾਨ ਮੰਤਰੀ ਨੂੰ ਖੁਦ ਇੱਕ ਉਦਾਹਰਨ ਪੇਸ਼ ਕਰਦੇ ਹੋਏ ਇਸ ਰੈਲੀ ਨੂੰ ਕੈਂਸਲ ਕਰ ਦੇਣਾ ਚਾਹੀਦਾ ਸੀ, ਦੋ ਵੱਡੇ ਕਾਰਨਾਂ ਕਰਕੇ। ਪਹਿਲਾ ਕਾਰਨ ਸੀ, ਜਿਸ ਤਰ੍ਹਾਂ ਦਾ ਕਰੋਨਾ ਵਾਇਰਸ ਦਾ, COVID-19 ਵਾਇਰਸ ਦਾ ਪ੍ਰਸਾਰ ਹੋ ਰਿਹਾ, ਫੈਲਾਅ ਹੋ ਰਿਹਾ, ਉਸ ਨੂੰ ਵੇਖਦੇ ਹੋਏ ਉਹਨਾਂ ਨੂੰ ਆਪ ਇਨੀਸ਼ੀਏਟਿਵ ਲੈਣਾ ਚਾਹੀਦਾ ਸੀ, ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਸੀ, ਨੰਬਰ 1। ਨੰਬਰ 2, ਜਿਹੜਾ ਮੌਸਮ ਸੀ ਉਸ ਦੀ ਭਵਿੱਖਬਾਣੀ ਹੋ ਚੁੱਕੀ ਸੀ ਕਿ 4 ਤਰੀਕ ਤੋਂ ਲੈ ਕੇ, ਯਾਨੀ ਕਿ 4 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਉਮੀਦ ਆ, ਸੰਭਾਵਨਾ ਹੈ। ਇਸ ਨੂੰ ਦੇਖਦੇ ਹੁਣ ਤੁਸੀਂ ਦੇਖੋ, ਜਿਹੜਾ ਪੰਡਾਲ ਲਾਇਆ ਗਿਆ, ਜਿਹੜੀ ਭਾਜਪਾ ਕਹਿੰਦੀ ਸੀ ਕਿ ਅਸੀਂ ਘੱਟੋ ਘੱਟ 70,000, ਕੋਈ ਕਹਿੰਦਾ ਸੀ ਕੋਈ 80,000, ਕੋਈ 1 ਲੱਖ ਕੁਰਸੀ ਲਾਉਣੀ ਆ, ਉਸ ਪੰਡਾਲ ਦੇ ਵਿੱਚ ਮੀਂਹ ਦੇ ਵਿੱਚ, ਠੰਡ ਦੇ ਵਿੱਚ ਆ ਕੇ ਲੋਕਾਂ ਨੇ ਬਹਿਣਾ ਸੀ। ਤੇ ਜਿਹੜਾ ਸਟੇਜ ਸੀ ਉੱਥੇ ਤਾਂ ਚਲੋ ਸ਼ਾਮਿਆਨਾ ਲੱਗਾ ਸੀ, ਉੱਪਰ ਹੋ ਸਕਦਾ ਵਾਟਰਪ੍ਰੂਫ ਟੈਂਟ ਹੋਵੇ, ਉੱਥੇ ਤਾਂ ਉਹਨਾਂ ਨੇ ਲੁਕਿਆ। ਇਹਨਾਂ ਚੀਜ਼ਾਂ ਨੂੰ ਸੰਵੇਦਨਸ਼ੀਲ ਹੁੰਦੇ ਹੋਏ ਵੀ ਭਾਰਤੀ ਜਨਤਾ ਪਾਰਟੀ ਦੀ ਸਿਖਰ ਦੀ ਲੀਡਰਸ਼ਿਪ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਖੁਦ ਇਨੀਸ਼ੀਏਟਿਵ ਲੈ ਕੇ ਇਹ ਰੈਲੀ ਕੈਂਸਲ ਕਰ ਦੇਣੀ ਚਾਹੀਦੀ ਸੀ ਸਵੇਰ ਤੋਂ ਉਸ ਵਕਤ ਨੂੰ, ਜਿਸ ਕਾਰਨ ਕਰਕੇ ਉਹਨਾਂ ਦਾ ਚੌਪਰ ਵੀ ਨਹੀਂ ਸੀ ਉੱਡਿਆ। ਹੁਣ ਗੱਲ ਆਉਂਦੀ ਆ ਉਸ ਇਕੱਠ ਦੀ, ਜਿਹੜੀ ਆਪਾਂ ਚਾਹੁੰਦੇ ਸੀ ਕਿ ਆ ਕੇ ਪ੍ਰਧਾਨ ਮੰਤਰੀ ਉਸ ਇਕੱਠ ਨੂੰ ਸੰਬੋਧਨ ਕਰਨ। ਇਕੱਠ ਚਾਹੇ ਜਿੰਨਾ ਮਰਜ਼ੀ ਹੋਵੇ। ਦਰਅਸਲ ਰੰਧਾਵਾ ਜੀ, ਗੱਲ ਇਹ ਹੋਵੇ ਕਿ ਹਰ ਪਾਰਟੀ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ,
ਉਹਦਾ ਮਕਸਦ ਇੰਨਾ ਨਹੀਂ ਹੁੰਦਾ ਕਿ ਅਸੀਂ ਇਕੱਲੀਆਂ ਇੱਥੇ ਆ ਕੇ ਐਲਾਨ ਕਰ ਦਈਏ ਜਾਂ ਕੋਈ ਅਨਾਉਂਸਮੈਂਟਸ ਕਰ ਦਈਏ, ਜਾਂ ਕਿਸੇ ਸੂਬੇ ਨੂੰ ਖਾਸ ਤੌਰ ਤੇ ਉਹ ਸੂਬਾ ਜਿੱਥੇ ਇੱਕ ਵਿਰੋਧੀ ਧਿਰ ਜਿਹੜੀ ਸੱਤਾ ਦੇ ਵਿੱਚ ਹੋਵੇ, ਉੱਥੇ ਆ ਕੇ ਅਸੀਂ ਸਿਰਫ ਕੇਵਲ ਸਿੰਪਲ ਇੱਕ ਅਨਾਉਂਸਮੈਂਟ ਕਰਕੇ ਚਲੀ ਜਾਈਏ। ਉਹਨਾਂ ਨੂੰ ਲੱਗਦਾ ਕਿ ਸਾਨੂੰ ਇੱਥੇ ਤਾਕਤ ਦਿਖਾਉਣੀ ਚਾਹੀਦੀ ਹੈ। ਇਹਨਾਂ ਸਾਰਿਆਂ ਦੇ ਮੱਦੇ ਨਜ਼ਰ ਆਪਾਂ ਨੂੰ ਸਾਰਿਆਂ ਨੂੰ ਹੁਣ ਪਤਾ, ਹੁਣ ਤਾਂ ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੋ ਗਈਆਂ ਕਿ ਜਿਸ ਇਕੱਠ ਦੀ ਉਮੀਦ ਸੀ ਉਹ ਇਕੱਠ ਭਾਰਤੀ ਜਨਤਾ ਪਾਰਟੀ ਕਰ ਨਹੀਂ ਸਕੀ। ਅੱਛਾ, ਉਹਦੇ ਵੀ ਕਾਰਨ ਆ। ਵੈਦਰ ਦੀ ਤਾਂ ਮੈਂ ਗੱਲ ਕਰ ਹੀ ਦਿੱਤੀ। ਬਹੁਤ ਸਾਰੇ ਥਾਵਾਂ ਤੇ ਜਿਹੜੇ ਕਿਸਾਨਾਂ ਨੇ ਧਰਨੇ ਪ੍ਰਦਰਸ਼ਨ ਆਪਣੇ ਲਾਏ ਹੋਏ ਸੀ, ਬਹੁਤ ਸਾਰੀਆਂ ਥਾਵਾਂ ਰੁਕੀਆਂ ਹੋਈਆਂ ਸੀ। ਉਹ ਮਲੋਟ, ਕੋਟਕਪੂਰਾ, ਮੋਗਾ, ਤਮਾਮ ਤਰ੍ਹਾਂ ਦੀਆਂ ਥਾਵਾਂ ਸੀ ਜਿੱਥੇ ਉਹਨਾਂ ਨੇ ਬੱਸਾਂ ਰੋਕੀਆਂ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਦੀਆਂ, ਤੇ ਉਹ ਅੱਗੇ ਨਹੀਂ ਜਾ ਸਕੇ। ਇਹ ਸਾਰੀਆਂ ਸੂਚਨਾਵਾਂ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਦੀ ਸਿਖਰ ਦੀ ਲੀਡਰਸ਼ਿਪ ਨੂੰ ਵੀ ਪਹੁੰਚ ਰਹੀਆਂ ਸੀ। ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਸੀ, ਕਿਉਂਕਿ ਇਹ ਜਿਹੜੇ ਉਹਨਾਂ ਨੇ ਪ੍ਰੋਗਰਾਮ ਦਿੱਤੇ ਸੀ ਉਹ ਬਹੁਤ ਦਿਨਾਂ ਤੋਂ ਦਿੱਤੇ ਹੋਏ ਸੀ। ਹੁਣ ਅੱਗੇ ਆਉਣੇ ਆ। ਇਹਦੇ ਚ ਮੈਨੂੰ ਇਹ ਦੱਸਿਓ, ਤੁਹਾਡੀ ਗੱਲ ਨਾਲ ਗੱਲ ਰਲਾਉਣੀ ਜ਼ਰੂਰੀ ਹੈ ਕਿ ਕੈਲਕੂਲੇਸ਼ਨਸ ਕਿੱਥੇ ਗਲਤ ਹੋਈਆਂ। 3 ਦਿਨ ਪਹਿਲਾਂ ਤੋਂ ਬਿਆਨ ਆ ਗਏ ਸੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਕਿ ਆਪਾਂ ਦੇਖੋ ਵਿਰੋਧ ਕਰਨਾ, ਔਰ ਉਹਦੇ ਲਈ ਪਿੰਡਾਂ 'ਚ ਤਿਆਰੀਆਂ ਹੋ ਰਹੀਆਂ ਸੀ। ਇਹ ਖਬਰਾਂ ਛਪਦੀਆਂ ਰਹੀਆਂ ਨੇ ਕਿ ਇਹ ਏਜੰਸੀਆਂ ਕੋਲੇ ਭਾਰਤ ਸਰਕਾਰ ਦੇ ਜਿਹੜੇ ਕੰਨ ਤੇ ਅੱਖਾਂ ਹੁੰਦੀਆਂ ਨੇ ਉਹਨਾਂ ਕੋਲ ਨਹੀਂ ਸੀ ਰਿਪੋਰਟ। ਦੂਜੀ ਗੱਲ, ਜਦੋਂ ਇਹ ਪੇਸ਼ਨ ਗੋਈ ਹੋ ਗਈ ਸੀ ਕਿ ਮੀਂਹ ਪੈਂਦਾ ਰਹਿਣਾ, ਮੀਂਹ ਦੇ ਵਿੱਚ ਆਪਾਂ ਜਿਹੜੇ ਲੋਕ ਆਏ ਸੀ ਉਹਨਾਂ ਚੋਂ ਕਾਫੀ ਲੋਕਾਂ ਨੂੰ ਸਿਰਾਂ ਤੇ ਕੁਰਸੀਆਂ ਰੱਖਦੇ ਵੀ, ਕਿਉਂਕਿ ਅਕਸਰ ਪੰਡਾਲ ਚੋਣ ਲੱਗ ਪੈਂਦੇ ਆ, ਭਾਵੇਂ ਕਿੰਨੇ ਵੀ ਤੁਸੀਂ ਉਹਨਾਂ ਨੂੰ ਜਿਹੜਾ ਬਣਾ ਲਓ, ਵਾਟਰਪ੍ਰੂਫ ਬਣਾ ਲਓ। ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਤੁਹਾਨੂੰ ਇਹ ਸਭ ਦਾ ਅੰਦਾਜ਼ਾ ਸੀ ਤੇ ਫਿਰ ਤੁਹਾਡੀਆਂ ਏਜੰਸੀਆਂ, ਤੁਹਾਡੀ ਆਪਣੀ ਲੀਡਰਸ਼ਿਪ, ਜਿਹੜੇ ਪੰਜਾਬ 'ਚ ਬੈਠੇ ਤਿਆਰੀਆਂ ਕਰ ਰਹੇ ਸੀ, ਮੌਕੇ ਦੇ ਪ੍ਰਬੰਧਕ ਜਿਹੜੇ ਸ਼ਾਮ ਤੋਂ ਉੱਥੇ ਸੀ, ਜਿਹੜੇ ਸਵੇਰੇ ਆਏ, ਉਹ ਸਾਰਿਆਂ ਦੇ ਸਾਹਮਣੇ ਇਹ ਉਦਾਹਰਨ ਸੀਗੀ ਕਿ ਆ ਵਾਪਰ ਰਿਹਾ। ਫਿਰ ਤੁਹਾਨੂੰ ਲੱਗਦਾ ਸੀ ਕਿ ਇਹਦੇ ਲਈ ਇੰਤਜ਼ਾਮ ਆ ਕਰ ਲਿਆ ਗਿਆ ਕਿ ਜੇ ਇਸ ਤਰ੍ਹਾਂ ਹੋ ਹੀ ਗਿਆ ਤੇ ਹੁਣ ਇਹਦੇ ਚੋਂ ਨਿਕਲਣਾ ਕਿਵੇਂ ਹੈ? ਮੈਨੂੰ ਲੱਗਦਾ ਇਹ ਬਹੁਤ ਪਹਿਲਾਂ ਵਾਪਰ ਜਾਣਾ ਚਾਹੀਦਾ ਸੀ। ਕੈਲਕੂਲੇਸ਼ਨਸ ਕਿੱਥੇ ਗਲਤ ਹੋਈਆਂ? ਕੈਲਕੂਲੇਸ਼ਨ ਇਸ ਕਰਕੇ ਗਲਤ ਹੋ ਗਈਆਂ ਰੰਧਾਵਾ ਜੀ, ਕਿਉਂਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਜਾਂ ਸਿਖਰ ਦੀ ਲੀਡਰਸ਼ਿਪ ਆ, ਇਹ ਜਿਹੜੀ ਆਪਣੀ ਜਿਹੜੇ ਨਰਿੰਦਰ ਮੋਦੀ ਹੋਣੀ, ਜਿਹੜੇ ਪ੍ਰਧਾਨ ਮੰਤਰੀ ਹੈ, ਚਾਹੇ ਅਮਿਤ ਸ਼ਾਹ ਜਾਂ JP ਨੱਡਾ, ਇਹਨਾਂ ਨੂੰ ਸਹੀ ਜਾਣਕਾਰੀ ਪੰਜਾਬ ਤੋਂ ਕਈ ਵਾਰੀ ਦਿੰਦੇ ਨਹੀਂ। ਕਿਉਂਕਿ ਇਸ ਤਰ੍ਹਾਂ ਹੁੰਦਾ, ਤੁਹਾਨੂੰ ਪਤਾ ਸਾਰੀ ਸਿਆਸੀ ਪਾਰਟੀਆਂ 'ਚ ਜਿਹੜੇ ਸੂਬੇ ਦੀ ਲੀਡਰਸ਼ਿਪ ਹੁੰਦੀ ਹੈ ਉਹ ਹਮੇਸ਼ਾ ਅਗਾਂਹ ਵੱਧ ਕੇ ਨੰਬਰ ਬਣਾਉਣ 'ਚ ਲੱਗੇ ਰਹਿੰਦੇ ਆ। ਤੁਸੀਂ ਕਿਸਾਨਾਂ ਦੇ ਅੰਦੋਲਨ 'ਚ ਯਾਦ ਕਰੋ, ਸੁਰਜੀਤ ਕੁਮਾਰ ਜੈਨੀ ਭਾਜਪਾ ਦੇ, ਚਾਹੇ ਹਰਜੀਤ ਸਿੰਘ ਗਰੇਵਾਲ, ਚਾਹੇ ਵਿਜੇ ਕੁਮਾਰ ਸੰਪਲਾ, ਇਹ ਵੀ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਸਹੀ ਪਿਕਚਰ ਜਾਂ ਸਹੀ ਤਸਵੀਰ ਉਸ ਅੰਦੋਲਨ ਦੀ ਪੇਸ਼ ਨਹੀਂ ਕੀਤੀ ਗਈ। ਇਹਨਾਂ ਨੇ ਪ੍ਰਧਾਨ ਮੰਤਰੀ ਸਾਹਮਣੇ ਜਦੋਂ ਵੀ ਇਹ ਮਿਲੇ, ਜੇ ਉਹਨਾਂ ਨੇ ਤਸਵੀਰ ਪੇਸ਼ ਕੀਤੀ ਹੁੰਦੀ ਤਾਂ ਹੋ ਸਕਦਾ ਸਿਖਰਲੀ ਲੀਡਰਸ਼ਿਪ ਸੀ ਉਹ ਕੋਈ ਫੈਸਲਾ ਲੈ ਸਕਦੀ। ਇਹ ਗੱਲ ਸਤਪਾਲ ਮਲਿਕ ਨੇ ਵੀ ਕਹੀ ਆ, ਜਿਹੜੇ ਮੇਘਾਲਿਆ ਦੇ ਗਵਰਨਰ ਆ, ਬਾਰ-ਬਾਰ ਇਸ ਗੱਲ ਤੇ ਬੋਲਦੇ ਆ ਕਿ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਨੇ ਸਹੀ ਰੋਲ ਨਿਭਾਇਆ ਨਹੀਂ। ਹੁਣ ਤੁਸੀਂ ਇੱਕ ਗੱਲ ਹੋਰ ਦੇਖੋ, ਕੱਲ ਜਦੋਂ ਤੋਂ ਪ੍ਰਧਾਨ ਮੰਤਰੀ ਵਾਪਸ ਜਾਂਦੇ ਆ, ਉਸ ਤੋਂ ਬਾਅਦ ਲਗਾਤਾਰ ਚਾਹੇ ਅਸ਼ਵਨੀ ਸ਼ਰਮਾ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਆ, ਚਾਹੇ ਕੇਂਦਰ ਦੇ ਮੰਤਰੀ ਨੇ ਮੀਨਾਕਸ਼ੀ ਲਿਖੀ ਉਹ ਪ੍ਰੈਸ ਕਾਨਫਰੰਸ ਕਰਦੇ ਆ, ਲਗਾਤਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਤਾਂ ਬਹੁਤ ਖਤਰੇ ਸੀ ਪੰਜਾਬ ਦੇ, ਦੇਖੋ ਜੀ ਸਰਕਾਰ, ਇੱਥੇ ਤਾਂ ਰਾਸ਼ਟਰਪਤੀ ਰਾਜ ਲੱਗ ਜਾਣਾ ਚਾਹੀਦਾ, ਜਿੰਦਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ। ਗੱਲ ਇਸ ਤੇ ਸੀ ਕਿ ਕਿਸ ਤਰ੍ਹਾਂ ਜਿਹੜੀ ਕਾਂਗਰਸ ਦੀ ਸਰਕਾਰ ਆ ਪੰਜਾਬ ਦੇ ਵਿੱਚ ਉਹਨੂੰ ਬਦਨਾਮ ਕੀਤਾ ਜਾਵੇ, ਉਸ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇ, ਇਸ ਗੱਲ ਦੀ। ਖੈਰ ਇਹਦੀ ਤੇ ਗੱਲ ਬਾਅਦ ਦੇ ਵਿੱਚ ਜਾਂਚ ਹੋਗੀ। ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਆਪ ਹੀ ਕਹਿਤਾ ਕਿ ਅਸੀਂ ਇਸ ਗੱਲ ਦੀ ਇਨਕੁਆਇਰੀ ਕਰਾਵਾਂਗੇ। ਲੇਕਿਨ ਇੱਕ ਗੱਲ ਤੁਸੀਂ ਦੇਖੋ, ਇੱਕ ਗੱਲ ਬਹੁਤ ਅਹਿਮ ਹੈ ਜਿਹੜੀ ਮੈਨੂੰ ਲੱਗਦਾ ਕਿ ਜਦੋਂ ਇਹ ਕਾਫਲਾ ਪ੍ਰਧਾਨ ਮੰਤਰੀ ਦਾ ਚੱਲਿਆ ਬਠਿੰਡੇ ਤੋਂ, ਕੀ ਉਹਨਾਂ ਨੇ ਪੰਜਾਬ ਦੇ DGP ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਅਸੀਂ ਰੂਟ ਲੈਣ ਲੱਗੇ ਹਾਂ? ਚਰਨਜੀਤ ਸਿੰਘ ਚੰਨੀ ਦਾ, ਮੁੱਖ ਮੰਤਰੀ ਦਾ ਕਹਿਣਾ ਕਿ ਸਾਨੂੰ ਇਸ ਦੀ ਬਿਲਕੁਲ ਅੰਤਿਮ ਜਿਹੜੇ ਦੌਰ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਸੀ, ਜਦਕਿ ਆਪਸ ਦੇ ਵਿੱਚ SPG ਜਿਹੜਾ ਸਪੈਸ਼ਲ ਪ੍ਰੋਟੈਕਟਿਵ ਗਰੁੱਪ ਹੁੰਦਾ, ਉਹਨੇ ਇਹ ਸਾਰੀ ਜਿਹੜੀ ਆ ਉਹ ਜਿਹੜੀ ਉਹਨਾਂ ਦੀ ਸਿਕਿਉਰਿਟੀ ਦਾ ਅਰੇਂਜਮੈਂਟ ਆ ਉਹਨਾਂ ਦੇ ਹੱਥ 'ਚ ਹੁੰਦਾ। ਸਾਰੇ ਦਾ ਸਾਰਾ ਇੰਤਜ਼ਾਮ SPG ਕਰਦੀ ਆ, ਉਹੀ ਰੂਟ ਤੈਅ ਕਰਦੀ ਆ। ਇਸ ਤੋਂ ਬਾਅਦ IB ਦੇ ਨਾਲ ਉਹਨਾਂ ਦਾ ਪੂਰਾ ਤਾਲਮੇਲ ਹੁੰਦਾ ਤੇ ਨਾਲ ਜਿਹੜੀ ਸਟੇਟ ਏਜੰਸੀ ਹੁੰਦੀ ਉਹਦੇ ਨਾਲ ਹੁੰਦਾ। ਸੋ ਜਦੋਂ ਚੱਲਦੇ ਆ, ਔਰ ਤੁਸੀਂ ਇੱਕ ਦੇਖੋ ਉੱਥੋਂ ਦਾ ਜਿਹੜਾ ਰਾਹ ਹੈਗਾ ਬਠਿੰਡਾ ਤੋਂ ਲੈ ਕੇ ਹੁਸੈਨੀਵਾਲਾ ਤੱਕ ਲਗਭਗ 130 ਤੋਂ 140 ਕਿਲੋਮੀਟਰ ਆ, ਔਰ 110 ਕਿਲੋਮੀਟਰ ਨੀਅਰਲੀ ਤੈਅ ਕਰ ਲਿੱਤੇ ਗਏ ਸੀ। ਜਿੱਥੇ ਇਹ ਪਿਆਰੇਆਣਾ ਵਿਲੇਜ ਆ, ਘੱਲ ਖੁਰਦ ਦਾ ਉੱਥੋਂ ਦਾ ਬਲਾਕ, ਉੱਥੇ ਇਹ ਪਿੰਡ ਆ, ਉੱਥੇ ਇਹ ਧਰਨਾ ਲੱਗਿਆ। ਔਰ ਤੁਸੀਂ ਇੱਕ ਦੇਖੋ, ਬੜੇ ਹੈਰਾਨੀ ਦੀ ਗੱਲ ਆ, ਕਿਸਾਨਾਂ ਨੂੰ ਵੀ ਨਹੀਂ ਸੀ ਪਤਾ ਕਿ ਇਹ ਜਿਹੜਾ ਰੂਟ ਆ ਇੱਥੋਂ ਪ੍ਰਧਾਨ ਮੰਤਰੀ ਅਚਾਨਕ ਆ ਜਾਣਗੇ। ਇਹ ਕੱਲ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੇਖਿਆ ਕਿ ਜਿਹੜਾ ਸਾਨੂੰ ਮਿੰਟ ਟੂ ਮਿੰਟ
ਉਹਨਾਂ ਦਾ ਜਿਹੜਾ ਸ਼ਡਿਊਲ ਦਿੱਤਾ ਗਿਆ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਰੋਡ ਤੇ ਜਾਣ ਦਾ ਸਾਨੂੰ ਕੋਈ ਇਤਲਾਹ ਨਹੀਂ ਸੀ। ਅਚਾਨਕ ਇਹ ਫੈਸਲਾ ਲਿਆ ਗਿਆ ਤੇ ਜਿਹੜੇ ਕਿਸਾਨ ਸੀ ਉਹ ਤਾਂ ਪੁਤਲਾ ਫੂਕਣ ਜਾ ਰਹੇ ਸੀ ਨਰਿੰਦਰ ਮੋਦੀ ਦਾ ਡੀਸੀ ਆਫਿਸ, ਤੇ ਉਹਨਾਂ ਨੂੰ ਵਾਪਸ ਪੁਲਿਸ ਨੇ ਭੇਜਤਾ ਕਿ ਤੁਸੀਂ ਵਾਪਸ ਜਾਓ। ਵਾਪਸ ਜਾ ਰਹੇ ਸੀ ਤੇ ਉਹ ਧਰਨੇ ਪ੍ਰਦਰਸ਼ਨ ਤੇ ਬਹਿ ਗਏ। ਉਹ ਤਾਂ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਕਿ ਇੱਥੋਂ ਪ੍ਰਧਾਨ ਮੰਤਰੀ ਨੇ ਲੰਘਣਾ। ਖੈਰ ਪ੍ਰਧਾਨ ਮੰਤਰੀ ਉੱਥੇ 15-20 ਮਿੰਟ ਰੁਕਦੇ ਆ। ਉਹਨਾਂ ਨੂੰ ਇੱਕ ਆਲਟਰਨੇਟਿਵ ਰੂਟ ਵੀ ਦਿੱਤਾ ਗਿਆ ਕਿ ਤੁਸੀਂ ਜੇ ਰੈਲੀ ਤੇ ਜਾਣਾ ਚਾਹੁੰਦੇ ਹੋ ਤੁਹਾਨੂੰ ਅਸੀਂ ਹੋਰ ਪਾਸੇ ਦੀ ਲੈ ਜਾਂਦੇ ਹਾਂ, ਤੁਸੀਂ ਉੱਥੇ ਪਹੁੰਚੋ। ਲੇਕਿਨ ਅਚਾਨਕ ਉਹਨਾਂ ਦਾ ਮਨ ਬਦਲਦਾ, ਉਹ ਕਹਿੰਦੇ ਮੈਂ ਤਾਂ ਵਾਪਸ ਜਾਣਾ। ਵਾਪਸ ਜਦੋਂ ਦਿੱਲੀ ਪਹੁੰਚਦੇ ਆ ਤਾਂ ਫਿਰ ਇੱਕ ANI ਤੋਂ ਇੱਕ ਸਾਨੂੰ ਖਬਰ ਲੱਗਦੀ ਹੈ ਕਿ ਉਹ ਕਿਸੇ ਅਫਸਰ ਨੂੰ ਕਹਿਤਾ ਉਹਨਾਂ ਨੇ ਕਿ ਆਪਣੇ ਮੁੱਖ ਮੰਤਰੀ ਦਾ ਸ਼ੁਕਰੀਆ ਅਦਾ ਕਰ ਦਿਓ, ਮੈਂ ਜਿਉਂਦਾ ਵਾਪਸ ਪਹੁੰਚ ਗਿਆ। ਉਹ ਕਿਸ ਅਫਸਰ ਨੂੰ ਕਿਹਾ, ਕਿਹਨੇ ਕਿਹਾ? ANI ਨੂੰ ਕਿਹਾ ਕਿ ਸਾਨੂੰ ਹਜੇ ਤੱਕ ਇਸ ਬਾਰੇ ਕੁਝ ਨਹੀਂ ਪਤਾ। ਸੋ ਕਹਿਣ ਦਾ ਮਤਲਬ ਹੈ ਇਹ ਜੇ ਸਾਰੇ ਘਟਨਾਕ੍ਰਮ ਨੂੰ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਇਹ ਗੱਲ ਹੁਣ ਜ਼ਰੂਰ ਆਉਂਦੀ ਆ। ਦੇਖੋ ਚਰਨਜੀਤ ਸਿੰਘ ਚੰਨੀ ਵੀ ਬੜੇ ਉਹਨਾਂ ਨੇ ਗੱਲ ਕਹੀ ਹੈ ਕਿ ਕਹਿੰਦੇ ਧਰਨੇ ਦੇ ਨਾਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਨਾ ਦੇਖਿਆ ਜਾਵੇ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ। SPG ਸੀ, ਸਾਰਾ ਕੁਝ ਸੀ। ਸੋ ਇਸ ਦੇ ਵਿੱਚ ਮੈਨੂੰ ਲੱਗਦਾ ਹੁਣ ਪੋਲਿਟਿਕਸ ਆ, ਜਿਹੜੀ ਸਿਆਸਤ ਆ, ਉਹ ਵੱਧ ਚੜ ਕੇ ਜਿਹੜੀ ਆ ਉਹ ਅੱਗੇ ਵਧ ਰਹੀ ਆ। ਸਮ੍ਰਿਤੀ ਇਰਾਨੀ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ। ਤਮਾਮ ਜਿਹੜੇ BJP ਦੇ ਲੀਡਰਸ ਆ ਉਹ ਇਸ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾ ਰਹੇ ਆ। ਵੈਸੇ ਮੈਂ ਤੁਹਾਨੂੰ 2-3 ਇਨਸੀਡੈਂਟ ਦੱਸਦਾ। ਵੈਸਟ ਬੰਗਾਲ ਦੇ ਵਿੱਚ ਸੰਨ 2018 ਦੇ ਵਿੱਚ 24 ਪਰਗਨਾਸ ਇੱਕ ਜਗ੍ਹਾ, ਉੱਥੇ ਪ੍ਰਧਾਨ ਮੰਤਰੀ ਦਾ ਜਦੋਂ ਭਾਸ਼ਣ ਦੇ ਰਹੇ ਸੀ, ਫਟਾਫਟ ਲੋਕੀ ਤੋੜ ਕੇ ਜਿਹੜਾ ਉਹ ਸਿਕਿਉਰਿਟੀ ਕਾਰਡਨ ਹੁੰਦਾ ਉਹ ਅੱਗੇ ਆ ਗਏ, ਸਟੇਜ ਤੱਕ ਪਹੁੰਚ ਕੇ 20 ਮਿੰਟ ਪਹਿਲਾਂ ਉਹਨਾਂ ਨੂੰ ਸਪੀਚ ਖਤਮ ਕਰਨੀ ਪਈ। SPG ਉਹਨਾਂ ਨੂੰ ਉੱਥੋਂ ਕੱਢ ਕੇ ਲੈ ਗਈ। ਨੋਇਡਾ ਦੇ ਵਿੱਚ ਸੰਨ 2017 ਦੇ ਵਿੱਚ ਉਹਨਾਂ ਦਾ ਰੂਟ ਬਦਲ ਗਿਆ ਸੀ ਫਿਰ, ਲੇਕਿਨ ਉਦੋਂ ਕਿਸੇ ਨੇ ਇਹ ਇਲਜ਼ਾਮ ਨਹੀਂ ਸੀ ਲਾਏ ਕਿ ਪ੍ਰਧਾਨ ਮੰਤਰੀ ਨੂੰ ਤਾਂ ਮਾਰਨ ਦੀ ਇੱਕ ਤਰ੍ਹਾਂ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ ਜਾਂ ਉਹਨਾਂ ਦੀ ਜਾਨ ਨੂੰ ਖਤਰਾ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਲੱਗਦਾ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਇਸ ਤਰ੍ਹਾਂ ਦਾ ਖਤਰਾ ਕਿਉਂ ਲੱਗਦਾ। ਲੇਕਿਨ ਆਪਾਂ ਨੂੰ ਇਹ ਵੀ ਮੰਨਣਾ ਚਾਹੀਦਾ ਕਿ ਜਿਸ ਤਰ੍ਹਾਂ ਦੀ ਤਵੱਕੂ ਉਹਨਾਂ ਨੂੰ ਸੀ ਕਿ ਮੇਰਾ ਤਾਂ ਹੁਣ ਬਹੁਤ ਜ਼ਿਆਦਾ ਵੈਲਕਮ ਹੋਊਗਾ, ਜਾਂ ਭਾਰਤੀ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ ਦੇ ਉਤਸ਼ਾਹ ਦੀ ਜਾਂ ਜਿਸ ਤਰ੍ਹਾਂ ਦੇ ਸਮਰਥਨ ਦੀ ਉਮੀਦ ਸੀ, ਉਸ ਤਰ੍ਹਾਂ ਦਾ ਨਾ ਮਿਲਣਾ, ਇਸ ਕਰਕੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਨਮੋਸ਼ੀ ਜ਼ਰੂਰ ਆਈ ਆ, ਜਿਸ ਦਾ ਉਹ ਜਿਹੜੀ ਆਪਣੀ ਖੇਚ ਆ ਉਹ ਆਪਣੇ ਬਿਆਨਾਂ 'ਚ ਹੁਣ ਕੱਢ ਰਹੇ ਆ। ਜੀ ਰੰਧਾਵਾ ਜੀ। ਭਾਵੇਂ ਮੌਕੇ ਦੇ SSP ਨੂੰ ਮੁਅੱਤਲ ਕਰਤਾ ਗਿਆ, ਪਰ ਜੇ ਇਹ ਛੋਟਾ ਜਿਹਾ ਧਰਨਾ ਜਿਹੜਾ ਰੋਡ ਦੇ ਵਿੱਚ ਸੀ ਜੇ ਨਾ ਲੱਗਦਾ, ਏਡੀ ਵੱਡੀ ਸੁਰਖੀ ਨਾ ਬਣ ਕੇ ਸੁਰਖੀ ਕੋਈ ਹੋਰ ਹੁੰਦੀ, ਮੇਰਾ ਖਿਆਲ ਆ। ਰੰਧਾਵਾ ਜੀ ਮੈਂ ਮਾਫੀ ਚਾਹੁੰਦਾ, ਜਿਹੜੇ ਮੌਕੇ ਦੇ SSP ਸੀ ਹਰਮਨਦੀਪ ਸਿੰਘ, ਮੇਰੇ ਖਿਆਲ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ। ਹਾਂ ਜੀ। ਹਾਂ, ਉਹਨਾਂ ਨੂੰ ਮੁਅੱਤਲ ਨਹੀਂ ਕੀਤਾ ਗਿਆ। ਇਹ ਕੱਲ ਚੰਨੀ ਸਾਹਿਬ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਲੀਅਰ ਕਰ ਦਿੱਤਾ। ਅੱਛਾ, ਮੈਂ ਮਾਫੀ ਚਾਹੁੰਦਾ ਹੈ ਜੇ ਇਹ ਇਨਫੋਰਮੇਸ਼ਨ ਨਵੀਂ ਆ ਤਾਂ। ਬਿਲਕੁਲ ਜੇ ਨਹੀਂ ਕੀਤਾ ਗਿਆ ਤਾਂ ਕੱਲ ਕੈਬਨਿਟ ਨੇ DGP ਦੀ ਪਿੱਠ ਪੂਰੀ ਆ ਕਿ ਅਸੀਂ ਆਪਣੇ DGP ਦੇ ਨਾਲ ਆ ਤੇ ਕੋਈ ਵੀ ਕਿਧਰੇ ਸਿਕਿਉਰਿਟੀ ਦਾ ਲੈਪਸ ਜਾਂ ਬਾਕੀ ਚੀਜ਼ਾਂ ਬ੍ਰੀਚ ਨਹੀਂ ਹੋਈ, ਇਹ ਗੱਲ ਉਹਨਾਂ ਨੇ ਕਹੀ ਆ। ਲੇਕਿਨ ਮੈਂ ਇਹ ਸਮਝਦਾ ਹਾਂ ਕਿ ਜਦੋਂ ਪ੍ਰਧਾਨ ਮੰਤਰੀ ਰੋਡ ਤੇ ਹੋਣਗੇ ਤਾਂ ਕੁਦਰਤੀ ਤੌਰ ਤੇ ਉਹ PMO ਨਾਲ ਸੰਪਰਕ 'ਚ ਹੋਣਗੇ, ਉਹ ਆਪਣੇ ਗ੍ਰਹਿ ਮੰਤਰੀ ਨਾਲ ਸੰਪਰਕ 'ਚ ਹੋਣਗੇ। ਗ੍ਰਹਿ ਮੰਤਰੀ ਔਰ PMO ਰੈਲੀ ਵਾਲੇ ਸਥਾਨ ਤੇ ਪ੍ਰਬੰਧਕਾਂ ਨਾਲ ਸੰਪਰਕ 'ਚ ਹੋਣਗੇ। ਚੀਜ਼ਾਂ ਸਾਰੀਆਂ ਤੈਅ ਕੀਤੀਆਂ ਜਾ ਰਹੀਆਂ ਹੋਣਗੀਆਂ ਕਿ ਆਖਰ ਅਸੀਂ ਕਿਸ ਤਰੀਕੇ ਨਾਲ ਇਸ ਜਗ੍ਹਾ ਦੇ ਵਿੱਚੋਂ ਨਿਕਲਣਾ ਹੈ, ਕਿ ਕਿਉਂਕਿ ਲੋਕ ਉੱਥੇ ਨਹੀਂ ਗਏ। ਪ੍ਰਧਾਨ ਮੰਤਰੀ ਅਕਸਰ ਲੱਖ ਦੇ ਇਕੱਠ ਨੂੰ ਵੱਖ-ਵੱਖ ਪ੍ਰਦੇਸ਼ਾਂ 'ਚ ਸੰਬੋਧਿਤ ਕਰਨ ਨੂੰ ਜਾਣੇ ਜਾਂਦੇ ਆ, ਤੇ ਐਸੀ ਸਥਿਤੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਕਸ ਤੇ ਠੇਸ ਆਊਗੀ। ਸੋ ਉਹ ਇਹਦੇ ਵਿੱਚੋਂ ਨਿਕਲੇ, ਪਰ ਪੰਜਾਬੀ ਇਹਦੇ 'ਚ ਫਸੇ। ਇਹ ਗੱਲ ਦੇਖਣ ਵਾਲੀ ਆ। ਹਾਂ, ਆਲੋਚਨਾ ਹੋ ਸਕਦੀ ਹੈ ਕਿ ਤੁਸੀਂ ਕਹਿ ਰਹੇ ਹੋ ਸਾਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਇਹ ਪੰਜਾਬ ਸਰਕਾਰ ਨੂੰ ਵੀ ਸਖਤੀ ਨਾਲ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਰੋਡ ਨਾ ਬਲੌਕ ਹੁੰਦੀ। ਜੇ ਰੋਡ ਬਲੌਕ ਹੋ ਗਈ ਸੀ ਤੇ ਪ੍ਰਧਾਨ ਮੰਤਰੀ ਦੇ ਰੂਟ ਨੂੰ ਉਹਨਾਂ ਦੇ ਨਾਲ ਦੀ ਨਾਲ ਹੀ ਰੋਕ ਕੇ ਬਿਨਾਂ ਹੀ ਸ਼ਿਫਟ ਕਰ ਲਿਆ ਜਾਂਦਾ। 10, 15, 20 ਮਿੰਟ ਪਹਿਲਾਂ ਸ਼ਿਫਟ ਹੋ ਸਕਦਾ ਸੀ, ਰੂਟ ਬਦਲਿਆ ਜਾ ਸਕਦਾ ਸੀ। ਪ੍ਰਧਾਨ ਮੰਤਰੀ ਨੂੰ ਮੌਕੇ ਤੇ ਖਿਲਾਰ ਕੇ ਨੈਗੋਸੀਏਸ਼ਨ ਕਰਨ ਦੀ ਜ਼ਰੂਰਤ ਨਹੀਂ ਸੀ ਅੰਦੋਲਨਕਾਰੀਆਂ ਨਾਲ। ਇਹ ਕਈ ਚੀਜ਼ਾਂ ਦੇ ਵਿੱਚ ਗਲਤੀ ਹੋਈ ਆ। ਇਹ ਚੰਨੀ ਸਰਕਾਰ ਨੂੰ, DGP ਸਾਹਿਬ ਨੂੰ, ਬਾਕੀ ਸੰਬੰਧਤਾਂ ਨੂੰ ਮੰਨਣਾ ਪਊਗਾ, ਕਿਉਂਕਿ ਅਸੀਂ ਬਹੁਤ ਵੱਡੇ ਮੌਕੇ ਦਿੱਤੇ ਆ। ਸਾਡੇ ਲਗਭਗ ਜਿਹੜੇ ਪ੍ਰੋਜੈਕਟ ਐਲਾਨ ਹੋਣੇ ਸੀ ਉਹ ਰਹਿ ਗਏ ਆ। ਮੈਂ ਤਾਂ ਮਨਪ੍ਰੀਤ ਜੀ ਇਸ ਗੱਲ ਦਾ ਵੀ ਬਹੁਤ ਵੱਡਾ ਮੁਦਈ ਹੈ ਕਿ ਮੈਂ ਇਹ ਵੇਖਣਾ ਚਾਹੁੰਦਾ ਸੀ, ਮੇਰੇ ਵਰਗੇ ਸਾਰੇ ਜਿੰਨੇ ਲੋਕ ਇਹ ਦੇਖਣਾ ਚਾਹੁੰਦੇ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਲਈ ਹੁਣ ਨਜ਼ਰੀਆ ਕਿਹੋ ਜਿਹਾ ਰੱਖਦੇ ਆ, ਉਹ ਕਿਹੋ ਜਿਹੀ ਗੱਲ ਕਰਦੇ ਇਸ ਖਿੱਤੇ ਦੇ ਲੋਕਾਂ ਲਈ, ਉਹਨਾਂ ਦੇ ਭਾਸ਼ਣ ਦਾ ਅੰਦਾਜ਼ ਕੀ ਹੁੰਦਾ, ਉਹਨਾਂ ਦਾ ਆਉਂਦੇ ਸਮੇਂ ਲਈ ਜੇ BJP ਦਾ ਉਹਨਾਂ ਕੋਲ ਰੋਡ ਮੈਪ ਦੇਣਾ ਸੀ ਪੰਜਾਬ ਲਈ ਤੇ ਉਹ ਕਿਹੋ ਜਿਹਾ ਸੀਗਾ, ਅਸੀਂ ਵੇਖਣ ਤੋਂ ਵਾਂਝੇ ਰਹਿ ਗਏ। ਅਸੀਂ ਹੋ ਸਕਦਾ ਕਿ ਛੋਟੇ ਤੌਰ ਤੇ ਇਹ ਪ੍ਰਾਪਤੀ ਬਹੁਤ ਸਾਰੇ ਲੋਕ ਮੰਨ ਰਹੇ ਹੁਣ, ਪਰ ਮੈਨੂੰ ਪ੍ਰਾਪਤੀ ਨਹੀਂ ਮੰਨਦਾ।
ਮਨ 'ਚ ਬਹੁਤ ਸਾਰੀਆਂ ਰਹਿ ਗਈਆਂ ਜਿਹੜੀਆਂ ਅਸੀਂ ਸਮਝਣ ਦਾ ਯਤਨ ਕਰਨਾ ਸੀ। ਖੈਰ, ਇਸ ਤੋਂ ਅੱਗੇ ਵੱਧਦੇ ਹਾਂ। ਹੁਣ ਇਹ ਬਹਿਸ ਚੱਲਦੀ ਰਹੇਗੀ, ਅਜੇ ਜਲਦੀ ਮੁੱਕਣ ਵਾਲੀ ਨਹੀਂ। ਚੋਣਾਂ ਨੇ, ਚੀਜ਼ਾਂ ਲੰਬੀਆਂ ਚੱਲਣਗੀਆਂ। ਲੇਕਿਨ ਜਿਹੜਾ ਚੋਣ ਜ਼ਾਬਤਾ ਵਾਲਾ ਮਾਮਲਾ ਹੈ ਕਿ ਕੱਲ ਚੋਣ ਕਮਿਸ਼ਨ ਬੜਾ ਸਰਗਰਮ ਰਿਹਾ। ਜਿਹੜੀ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਪੰਜਾਬ ਦੇ ਵਿੱਚ, ਉਹਦੀ ਵੀ ਕੱਲ ਅਨਾਉਂਸਮੈਂਟ ਹੋ ਗਈ। ਜਿਹੜੇ ਇੱਥੋਂ ਦੇ ਕਮਿਸ਼ਨਰ ਹੈਗੇ ਆ ਚੋਣਾਂ ਦੇ, ਉਹਨਾਂ ਨੇ ਕਹਿ ਦਿੱਤਾ। ਔਰ ਇਹ ਮੈਨੂੰ ਹੁਣ ਦੱਸਿਓ, ਕਿਉਂਕਿ ਮੈਨੂੰ ਲੱਗਦਾ ਕਿ ਬੀਜੇਪੀ ਦੀ ਸਿਖਰਲੀ ਲੀਡਰਸ਼ਿਪ ਲਈ ਪੰਜਾਬ ਹੁਣ ਪ੍ਰਾਥਮਿਕ ਨਹੀਂ ਰਿਹਾ ਹੋਊਗਾ। ਪੰਜਾਬ ਉਹਨਾਂ ਦੀ ਤਰਜੀਹ ਜਾਂ ਪਹਿਲ ਨਹੀਂ ਹੋਊਗੀ। ਮੈਨੂੰ ਜ਼ਰੂਰ ਦੱਸਿਓ ਕਿ ਯੂਪੀ ਔਰ ਬਾਕੀ ਸੂਬਿਆਂ ਦੇ ਨਜ਼ਰੀਏ ਤੋਂ ਕੀ ਤੁਰੰਤ ਚੋਣ ਜ਼ਾਬਤਾ ਲਾਗੂ ਹੋਊਗਾ, ਕਿਉਂਕਿ ਮੈਨੂੰ ਲੱਗਦਾ ਕਿ ਕਰੋਨਾ ਕਰਕੇ ਸ਼ਾਇਦ ਇਹਦੇ ਗੇੜ, ਇਹਦੇ ਫੇਜ਼ ਵੱਧ ਕਰਨ ਔਰ ਇਲੈਕਸ਼ਨ ਨੂੰ ਲੰਬਾ ਖਿੱਚ ਲੈਣ, ਲੇਕਿਨ ਇਹਦੀ ਅਨਾਉਂਸਮੈਂਟ ਤੁਰੰਤ ਕਰਨ ਦੀ ਸੂਚਨਾ ਮਿਲ ਰਹੀ ਆ। ਤੁਸੀਂ ਦੱਸਿਓ ਇਹਦਾ ਤੁਹਾਡਾ ਨੁਕਤਾ ਨਜ਼ਰ ਇੱਥੇ ਕੀ ਹੈ? ਦੇਖੋ ਰੰਧਾਵਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਿਨੋ ਦਿਨ ਜਿਹੜੇ ਕੋਵਿਡ-19 ਵਾਇਰਸ ਦੇ ਕੇਸਿਸ ਆ ਉਹ ਲਗਾਤਾਰ ਫੈਲ ਰਹੇ ਆ, ਔਰ ਇਕੱਲੇ ਭਾਰਤ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਸਾਨੂੰ ਇਹ ਖਬਰਾਂ ਆ ਰਹੀਆਂ ਨੇ। ਅਮਰੀਕਾ ਹੋਇਆ, ਫਰਾਂਸ ਹੋਇਆ, ਸਪੇਨ ਹੋਇਆ, ਤੇ ਭਾਰਤ ਵੀ ਉਹਦਾ ਹਿੱਸਾ, ਮਹਾਰਾਸ਼ਟਰ ਹੋਇਆ, ਦਿੱਲੀ ਹੋਇਆ, ਔਰ ਪੰਜਾਬ ਦੇ ਵਿੱਚ, ਔਰ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ। ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀਆਂ ਆਉਣ ਵਾਲੇ 15 ਦਿਨਾਂ ਦੇ ਦੌਰਾਨ ਜੋ ਵੀ ਰੈਲੀਆਂ ਸੀ ਉਹ ਸਾਰੀਆਂ ਕੈਂਸਲ ਕਰ ਦਿੱਤੀਆਂ। ਇੱਕ ਉਦਾਹਰਨ ਜ਼ਰੂਰ ਉਹਨਾਂ ਨੇ ਪੇਸ਼ ਕੀਤਾ। ਇਸੇ ਤਰ੍ਹਾਂ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ, ਉਹਨਾਂ ਨੇ ਨੋਇਡਾ 'ਚ ਹੋਣ ਵਾਲੀ ਆਪਣੀ ਰੈਲੀ, ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ। ਹੁਣ ਆ ਗਈ ਚੋਣ ਕਮਿਸ਼ਨ ਦੀ ਗੱਲ। ਇਹ ਗੱਲ ਠੀਕ ਹੈ ਕਿ ਚੋਣ ਕਮਿਸ਼ਨ ਤੇ ਇਸ ਟਾਈਮ ਬਹੁਤ ਭਾਰੀ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਚੋਣਾਂ ਨੂੰ 5 ਰਾਜਾਂ ਦੇ ਵਿੱਚ ਕਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੁੰਦੇ ਹੋਏ ਇਸ ਨੂੰ ਕੰਡਕਟ ਕਰਦਾ। ਪਿਛਲੀ ਵਾਰੀ ਤੁਸੀਂ ਯਾਦ ਕਰੋ, ਜਦੋਂ ਵੈਸਟ ਬੰਗਾਲ ਦੇ ਵਿੱਚ ਇਹ ਹੋਈਆਂ ਸੀ, ਤੇ ਬਹੁਤ ਸਾਰੀਆਂ ਇਲਾਹਾਬਾਦ ਹਾਈ ਕੋਰਟ ਹੋਵੇ ਜਾਂ ਮਦਰਾਸ ਹਾਈ ਕੋਰਟ ਹੋਵੇ, ਬੜੀਆਂ ਸਖਤ ਟਿੱਪਣੀਆਂ ਚੋਣ ਕਮਿਸ਼ਨ ਨੂੰ ਝੱਲਣੀਆਂ ਪਈਆਂ ਸੀ। ਇੱਥੋਂ ਤੱਕ ਵੀ ਕਿਹਾ ਸੀ ਮਦਰਾਸ ਹਾਈ ਕੋਰਟ ਨੇ, ਮੈਨੂੰ ਯਾਦ ਆ, ਕਿ ਤੁਹਾਡੇ ਤੇ ਮਰਡਰ ਚਾਰजेस, ਕਤਲ ਦੇ ਚਾਰजेस ਕਿਉਂ ਨਹੀਂ ਲਾਉਣੇ ਚਾਹੀਦੇ। ਜਾਂ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਸੀ ਤੁਹਾਡੇ ਤੇ ਜੈਨੋਸਾਈਡ ਜਿਹੜਾ ਚਾਰਜ ਆ ਉਹ ਲੱਗਣਾ ਚਾਹੀਦਾ। ਸੋ ਉਸ ਟਾਈਮ ਇਲੈਕਸ਼ਨ ਕਮਿਸ਼ਨ ਸੁਪਰੀਮ ਕੋਰਟ ਦੇ ਵਿੱਚ ਕਿਹਾ ਸੀ ਕਿ ਤੁਸੀਂ ਹਾਈ ਕੋਰਟ ਨੂੰ ਕਹੋ ਇਹ ਟਿੱਪਣੀਆਂ ਵਾਪਸ ਲਓ। ਇਸ ਤਰ੍ਹਾਂ ਦੀ ਟਿੱਪਣੀਆਂ ਨਾਲ, ਔਰ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵੀ, ਮਮਤਾ ਬੈਨਰਜੀ ਵੀ ਉਹਦੇ ਵਿੱਚ ਇੱਕ ਸੀ, ਜਿਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਆਲੋਚਨਾ ਕੀਤੀ ਸੀ, ਉਹਨਾਂ ਦਾ ਕ੍ਰਿਟਿਸਿਜ਼ਮ ਕੀਤਾ ਸੀ ਕਿ ਉਹ ਵੱਖਰੇ ਵੱਖਰੇ ਫੇਜ਼ਸ ਦੇ ਵਿੱਚ ਜਾਂ ਇੱਕ ਫੇਜ਼ ਦੇ ਵਿੱਚ ਸਾਰੀਆਂ ਚੋਣਾਂ ਕਰਾ ਸਕਦੇ ਆ। ਹੁਣ ਦੇਖੋ, ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਸੂਬਾ, ਨਾਲ ਉੱਤਰਾਖੰਡ ਜਾਂ ਪੰਜਾਬ ਜਾਂ ਗੋਆ ਜਾਂ ਜਿਹੜੀ ਮਨੀਪੁਰ, ਇਹ ਸਾਰੇ ਆ ਜਾਂਦੇ ਆ। ਇਹਨਾਂ ਦੇ ਵਿੱਚ ਕਿੰਨੇ ਫੇਜ਼ਸ ਦੇ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ, ਲੋਕ ਆਪਸ ਦੇ ਵਿੱਚ ਕਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਰੱਖਣਗੇ, ਕਿਸ ਤਰ੍ਹਾਂ ਉਹਨਾਂ ਸਾਰੇ ਨਿਯਮਾਂ ਦਾ ਪਾਲਣ ਹੋਊਗਾ, ਇਸ ਚੀਜ਼ ਨੂੰ ਉਹਨਾਂ ਨੇ ਇਨਸ਼ੋਰ ਕਰਨਾ। ਨਾਲ ਦੀ ਨਾਲ ਉਹਨਾਂ ਤੇ ਸੰਵਿਧਾਨਿਕ ਜ਼ਿੰਮੇਵਾਰੀ ਵੀ ਆ। ਇਹ ਗੱਲ ਦੀ ਬਿਲਕੁਲ ਠੀਕ ਹੈ। ਬਹੁਤ ਸਾਰੇ ਲੋਕ ਇਹ ਕਿਆਸੇ ਲਾ ਰਹੇ ਆ ਕਿ ਸ਼ਾਇਦ ਚੋਣਾਂ ਅੱਗੇ ਪਾਈਆਂ ਜਾਣ, ਲੇਕਿਨ ਮੈਨੂੰ ਲੱਗਦਾ ਚੋਣ ਕਮਿਸ਼ਨ ਬਿਲਕੁਲ ਆਪਣੇ ਸਮੇਂ ਸਿਰ ਚੋਣ ਜ਼ਰੂਰ ਕਰਵਾਏਗਾ, ਲੇਕਿਨ ਨਾਲ ਦੀ ਨਾਲ ਉਹਨਾਂ ਨੂੰ ਇਹ ਸਾਰੇ ਜਿਹੜੇ ਨਿਯਮ ਜਿਸ ਦੇ ਧਿਆਨ ਦੇ ਵਿੱਚ ਜਿਹੜੇ ਕੋਵਿਡ-19 ਵਾਇਰਸ ਨੂੰ ਦੇਖ ਕੇ ਲਏ ਜਾਂਦੇ ਆ, ਜਾਂ ਜਿਹੜੇ ਫੈਸਲੇ ਆ, ਉਹਨਾਂ ਦਾ ਖਿਆਲ ਰੱਖਣਾ ਵੀ ਬਹੁਤ ਲਾਜ਼ਮੀ ਹੋਏਗਾ। ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ, ਜਿਸ ਤਰ੍ਹਾਂ ਹੁਣ ਕਾਂਗਰਸ ਨੇ ਕੀਤਾ, ਕਿ ਪ੍ਰਧਾਨ ਮੰਤਰੀ ਜਾਂ ਬੀਜੇਪੀ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਣਗੇ, ਆਪਣੀਆਂ ਰੈਲੀਆਂ ਕੈਂਸਲ ਕਰਨਗੇ? ਇਹ ਬੜਾ ਵੱਡਾ ਪ੍ਰਸ਼ਨ ਆ। ਵਰਚੁਅਲ ਰੈਲੀਜ਼ ਵੀ ਹੋ ਸਕਦੀਆਂ। ਤੁਸੀਂ ਹੁਣੇ ਇੱਕ ਗੱਲ ਕਹੀ ਆ ਕਿ ਜਿਹੜਾ ਪੰਜਾਬ ਨੂੰ ਪੈਕੇਜ ਮਿਲਣਾ ਸੀ, ਪ੍ਰਧਾਨ ਮੰਤਰੀ ਉਹ ਉਸ ਦਾ ਜਿਹੜਾ ਐਲਾਨ ਆ ਉਹ ਜਾ ਕੇ ਵਰਚੁਅਲੀ ਵੀ ਕਰ ਸਕਦੇ, ਇਸ ਕੇ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਕਰ ਸਕਦੇ ਸੀ। ਆਖਿਰਕਾਰ ਉਹਨਾਂ ਦਾ ਦਿਲ ਤਾਂ ਸਾਰੇ ਸੂਬਿਆਂ ਲਈ ਧੜਕਣਾ ਚਾਹੀਦਾ ਪ੍ਰਧਾਨ ਮੰਤਰੀ ਦਾ। ਹੋ ਸਕਦਾ ਕਿਤੇ ਸਰਕਾਰ ਉਹਨਾਂ ਦੀ ਹੋਵੇ, ਕਿਤੇ ਨਾ ਹੋਵੇ, ਲੇਕਿਨ ਜੇ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦਾ ਹੈ ਜਾਂ ਪੰਜਾਬ ਨੂੰ, ਕਿਉਂਕਿ ਕੱਲ ਚਰਨਜੀਤ ਸਿੰਘ ਚੰਨੀ ਕਹਿੰਦੇ ਸੀ, ਉਹ ਕਹਿੰਦੇ ਮੈਂ ਤਾਂ ਬੜੀ ਸਪੀਚ ਤਿਆਰ ਕਰਕੇ ਬੈਠਾ ਸੀ, ਬਹੁਤ ਸਾਰੇ ਕਹਿੰਦੇ ਹਾਂ ਤਿਆਰ ਕਰਕੇ ਬੈਠਾ ਸੀ, ਔਰ ਬਹੁਤ ਸਾਰੇ ਇਸ ਤਰ੍ਹਾਂ ਦੇ, ਮੈਂ ਕਈ ਤਰ੍ਹਾਂ ਦੀਆਂ ਮੇਰੀਆਂ ਡਿਮਾਂਡ ਸੀ, ਮੰਗਾਂ ਸੀ, ਜਿਹੜੀਆਂ ਮੈਂ ਉਹਨਾਂ ਤੋਂ ਮੰਗਣੀਆਂ ਸੀ। ਉਹ ਕਹਿੰਦੇ ਜੇ ਭਾਸ਼ਣ ਦਿੰਦੇ ਤੇ ਕੁਝ ਸਾਡਾ ਕਹਿੰਦੇ ਸੁਧਰ ਜਾਂਦਾ, ਸਾਨੂੰ ਇਹ 'ਚ ਕੋਈ ਫਾਇਦਾ ਥੋੜੀ ਆ ਉਹਨਾਂ ਨੂੰ ਵਾਪਸ ਭੇਜ ਕੇ। ਉਹਨਾਂ ਨੇ ਬਲਕਿ ਇਸ ਤੇ ਖੇਦ ਪ੍ਰਗਟ ਕੀਤਾ ਕਿ ਜੇ ਇੱਥੋਂ ਦੇ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੇ ਬੋਲਦੇ ਤਾਂ ਹੋ ਸਕਦਾ ਪੰਜਾਬ ਨੂੰ ਕੁਝ ਨਾ ਕੁਝ ਮਿਲ ਜਾਂਦਾ, ਕਿਉਂਕਿ ਪੰਜਾਬ ਦੇ ਜਿਹੜੀ ਆਰਥਿਕ ਹਾਲਾਤ ਨੇ ਉਹ ਬਹੁਤ ਜ਼ਿਆਦਾ ਵਧੀਆ ਨਹੀਂ, ਇਹ ਸਾਰੇ ਆਪਾਂ ਨੂੰ ਪਤਾ। ਜੀ ਰੰਧਾਵਾ ਜੀ। ਅੱਛਾ, ਮੈਨੂੰ ਹੁਣ ਇਹ ਜ਼ਰੂਰ ਦੱਸਿਓ ਕਿ ਕੱਲ ਇਹ ਸਾਰੇ ਰੌਲੇ ਦੇ ਵਿੱਚ ਇੱਕ ਖਬਰ ਪਿੱਛੇ ਚਲੇਗੀ, ਉਹ ਸੀ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ ਜ਼ਮਾਨਤ ਅਰਜੀ ਵਾਲੀ ਸੁਣਵਾਈ ਟਲ ਗਈ। 8 ਤੱਕ ਪੰਜਾਬ ਸਰਕਾਰ ਤੋਂ ਉਹਨਾਂ ਦਾ ਪੱਖ ਮੰਗ ਲਿਆ, ਲੇਕਿਨ ਨਾਲ ਦੀ ਨਾਲ ਹੀ ਜੇ ਇਹਨੂੰ ਬਿਕਰਮ ਮਜੀਠੀਆ ਇਕੱਲੇ ਤੱਕ ਸੀਮਤ ਨਾ ਰੱਖੀਏ ਤਾਂ ਅਕਾਲੀ ਦਲ ਦਾ ਜਿਹੜਾ ਚੁਣਾਵੀ ਭਵਿੱਖ ਆ ਉਹਦਾ ਵੀ ਕਾਫੀ ਦਾਰੋ-ਮਦਾਰ ਇਸ ਕੇਸ ਨਾਲ ਜੁੜਿਆ। ਅਕਾਲੀ ਦਲ ਦਾ ਜਿਹੜਾ ਅਗਰੈਸ਼ਨ ਹੈ, ਜਿਹੜਾ ਚੋਣ ਦੇ ਵਿੱਚ ਜਾਣਾ, ਉਹਦਾ ਕਾਫੀ ਇੱਥੇ ਫਿਕਸ ਹੋ ਜਾਣਾ, ਉਹ ਵੀ ਇੱਕ ਪਹਿਲੂ ਆ। ਹਾਲਾਂਕਿ ਮੈਂ ਇਸ ਗੱਲ ਦਾ ਦਾਅਵਾ ਕਰਦਾ ਹੈ
ਕਿ ਸਭ ਤੋਂ ਜੇਕਰ ਸਟੀਕ ਤੌਰ ਤੇ ਕੋਈ ਲੀਡਰਸ਼ਿਪ ਤਿਆਰੀ ਕਰ ਰਹੀ ਆ ਤਾਂ ਆਪਣੇ ਆਪਣੇ ਹਲਕਿਆਂ 'ਚ ਜਿਹੜੇ ਅਕਾਲੀ ਉਮੀਦਵਾਰ ਤੈਅ ਕਰਤੇ ਗਏ ਆ ਉਹ ਬਹੁਤ ਡੋਰ ਟੂ ਡੋਰ ਕੈਂਪੇਨ ਚਲਾ ਰਹੇ ਆ। ਜਿਹੜੀਆਂ ਸਾਡੇ ਕੋਲ ਰਿਪੋਰਟਸ ਨੇ, ਸੁਖਬੀਰ ਸਿੰਘ ਬਾਦਲ ਨੇ ਆਪਣੀ ਰਣਨੀਤੀ ਬਦਲ ਲਈ ਆ। ਉਹਨਾਂ ਨੇ ਕੈਂਡੀਡੇਟਸ ਨੂੰ ਕਿਹਾ ਕਿ ਜਿੰਨੇ ਵਿਰੋਧੀ ਨੇ, ਜਿੰਨੇ ਵੀ ਤੁਹਾਡੇ ਬਾਗੀ ਨੇ, ਉਹ ਮੈਨੂੰ ਦੱਸੋ, ਮੈਂ ਉਹਨਾਂ ਦੇ ਘਰੀ ਜਾ ਕੇ ਆਉਣਾ। ਤੁਸੀਂ ਮਿਹਨਤ ਕਰੋ, ਮੈਨੂੰ ਇੱਕ ਵੀ ਬੰਦਾ ਦਿਨ 'ਚ 10 ਘੰਟੇ ਤੋਂ ਘੱਟ ਲੋਕਾਂ 'ਚ ਨਹੀਂ ਮਿਲਣਾ ਚਾਹੀਦਾ। ਇਹ ਸਾਡੇ ਕੋਲ ਰਿਪੋਰਟ ਆ। ਫਿਰ ਵੀ ਉਹਨਾਂ ਲਈ ਮਜੀਠੀਆ ਕੇਸ ਬੜਾ ਅਹਿਮ ਆ। ਇਹਦੇ ਤੇ ਮੈਂ ਤੁਹਾਡੀ ਟਿੱਪਣੀ ਲੈਣੀ ਆ ਕਿਉਂਕਿ ਅਖਬਾਰ ਦੀ ਇੱਕ ਸੁਰਖੀ ਨੇ ਮੈਨੂੰ ਰੋਕਿਆ। ਉਹਦੇ ਵਿੱਚ ਇਹ ਕਿਹਾ ਗਿਆ ਕਿ ਭੋਲਾ ਡਰੱਗ ਕੇਸ ਮਾਮਲੇ 'ਚ ਮਜੀਠਾ 'ਚ ਇੱਕ FIR ਹੋਈ ਆ। ਉਹਦਾ ਇਸ ਕੇਸ ਨਾਲ ਕੀ ਲੈਣਾ ਦੇਣਾ, ਆਪਾਂ ਇਹਨੂੰ ਛੱਡ ਦਿੰਨੇ ਆ। ਲੇਕਿਨ ਮੈਂ ਤੁਹਾਡੇ ਤੋਂ ਟਿੱਪਣੀ ਦੋਨਾਂ ਮਾਮਲਿਆਂ 'ਚ ਜ਼ਰੂਰ ਲੈਣੀ ਆ ਕਿ ਜਿਹੜੀ FIR ਹੋਈ ਆ ਉਹ ਕਿਸੇ ਜ਼ਮੀਨ ਦੇ ਮਾਮਲੇ 'ਚ ਆ। ਉਹਦੇ 'ਚ ਅਖਬਾਰ ਲਿਖਦਾ ਹੈ ਕਿ ਭੋਲਾ ਡਰੱਗ ਕੇਸ ਨਾਲ ਜੁੜਿਆ ਮਾਮਲਾ ਹੈ। ਇਹਦੇ ਵਿੱਚ ਜਿਹੜਾ ਰਿਕਾਰਡ ਖੁਰਦ-ਬੁਰਦ ਹੋਣ ਦੀ, ਗਵਾਚਣ ਦੀ, ਚੋਰੀ ਹੋਣ ਦੀ ਗੱਲ ਆ। ਇਹ ਮੈਨੂੰ ਜ਼ਰੂਰ ਦੋ ਟਿੱਪਣੀਆਂ ਚਾਹੀਦੀਆਂ ਤੁਹਾਡੇ ਤੋਂ। ਜੀ, ਪਹਿਲਾਂ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਤਰ੍ਹਾਂ ਇਹ ਕੇਸ ਆਇਆ, ਜਸਟਿਸ ਲਿਜ਼ਾ ਗਿੱਲ ਉਹ ਇਸ ਕੇਸ ਦੀ ਸੁਣਵਾਈ ਕਰ ਰਹੇ ਸੀ। ਉੱਥੇ ਮੈਂ ਦੇਖੋ ਇੱਕ ਅਹਿਮ ਜਿਹੜੀ ਗੱਲ ਆਈ ਆ, ਹਾਲਾਂਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ, ਉਹਨਾਂ ਤੋਂ ਜਵਾਬ ਮੰਗਿਆ, 8 ਤਰੀਕ ਤੱਕ ਉਹਨਾਂ ਨੇ ਜਵਾਬ ਮੰਗਿਆ ਤੇ ਇਸ ਕੇਸ ਦੀ ਜਿਹੜੀ ਸੁਣਵਾਈ ਆ ਉਹ 10 ਤਰੀਕ ਨੂੰ ਯਾਨੀ ਕਿ 10 ਜਨਵਰੀ ਨੂੰ ਹੋਏਗੀ। ਇਸ ਦੇ ਵਿੱਚ ਅਹਿਮ ਗੱਲ ਜਿਹੜੀ ਰੰਧਾਵਾ ਜੀ ਉਹ ਇਹ ਆਈ ਹੈ ਕਿ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਾਈ ਹਜੇ ਤੱਕ। ਐਂਟੀਸਪੇਟਰੀ ਜਿਹੜੀ ਬੇਲ ਆ ਉਹ ਤਾਂ ਚਲੋ ਠੀਕ ਆ, ਉਹ ਤਾਂ ਬਾਅਦ ਚ ਡਿਸਾਈਡ ਹੋਏਗੀ। ਤੇ ਦੂਸਰੀ ਗੱਲ ਇਹਦੇ ਵਿੱਚ ਤੁਸੀਂ ਦੇਖੋ ਕਿ ਇਸ ਕੇਸ ਦੇ ਵਿੱਚ RS ਚੀਮਾ, ਮੁਕੁਲ ਰੋਹਤਗੀ, ਨਾਲ ਜਿਹੜੇ ਸੋਤੀ ਸਾਹਿਬ, ਇਹ ਸਾਰੇ ਵਕੀਲ ਉਹਨਾਂ ਵੱਲੋਂ ਪੇਸ਼ ਹੋਏ, ਯਾਨੀ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ। ਉਹਨਾਂ ਨੇ ਉਹੀ ਦੁਬਾਰਾ ਗੱਲਾਂ ਕੀਤੀਆਂ ਕਿ ਇਹ ਤਾਂ ਜੀ ਪੋਲੀਟੀਕਲ ਵੈਂਡੇਟਾ, ਇਹ ਜਾਣਬੁੱਝ ਕੇ ਕੀਤਾ ਜਾ ਰਿਹਾ, ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਜਾ ਰਿਹਾ, 3 DGP ਬਦਲ ਤੇ ਉਹ ਜਿਹੜਾ ਸਾਰਾ ਕੁਝ ਉਹਨਾਂ ਨੇ ਮੋਹਾਲੀ ਕੋਰਟ 'ਚ ਕਿਹਾ ਸੀ ਉਸੇ ਤਰ੍ਹਾਂ ਦੀਆਂ ਗੱਲਾਂ ਕਹੀਆਂ। ਪੀ ਚਿਦੰਬਰਮ ਜਿਹੜੇ ਇਹਨਾਂ ਵੱਲੋਂ ਪੇਸ਼ ਹੋਏ ਨੇ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ, ਉਹਨਾਂ ਨੇ ਦੋ ਹੀ ਗੱਲਾਂ ਕੀਤੀਆਂ। ਉਹਨਾਂ ਨੇ ਇੱਕ ਤਾਂ ED ਦਾ ਹਵਾਲਾ ਦਿੱਤਾ, ਐਨਫੋਰਸਮੈਂਟ ਡਾਇਰੈਕਟੋਰੇਟ ਦਾ, ਤੇ ਦੂਸਰਾ ਉਹਨਾਂ ਨੇ ਜਗਦੀਸ਼ ਸਿੰਘ ਭੋਲਾ ਉਹਨਾਂ ਦੀਆਂ ਸਟੇਟਮੈਂਟਸ ਦਾ ਹਵਾਲਾ ਦਿੱਤਾ ਕਿ ਇਹਨਾਂ ਸਾਰੀਆਂ ਸਟੇਟਮੈਂਟਸ ਦੀ ਜਾਂਚ ਕਰਨਾ ਬਹੁਤ ਅਹਿਮ ਆ। ਇਸੇ ਕਰਕੇ ਕੋਰਟ ਨੇ ਹੁਣ ਰਿਕਾਰਡ ਮੰਗਿਆ ਤੇ ਉਹ ਰਿਕਾਰਡ ਪੰਜਾਬ ਸਰਕਾਰ ਨੂੰ 8 ਜਨਵਰੀ ਤੱਕ ਪੇਸ਼ ਕਰਨ ਲਈ ਕਿਹਾ। ਉਸ ਤੋਂ ਬਾਅਦ ਹੀ ਜਿਹੜਾ ਕੋਰਟ ਆ ਉਹ 10 ਜਨਵਰੀ ਨੂੰ ਇਸ ਦਾ ਫੈਸਲਾ ਲਏਗੀ। ਹੁਣ ਇਹਦਾ ਪੋਲੀਟੀਕਲ ਫਾਲ ਆਊਟ ਕੀ ਹੈ, ਜਿਹੜੀ ਤੁਸੀਂ ਗੱਲ ਕੀਤੀ ਆ, ਦੇਖੋ ਇਹਦੇ ਵਿੱਚ ਜਿੰਨੀ ਦੇਰ ਤੱਕ, ਮੈਂ ਕੱਲ ਵੀ ਗੱਲ ਕਹੀ ਸੀ, ਬਿਕਰਮ ਸਿੰਘ ਮਜੀਠੀਆ ਜਿੰਨੀ ਦੇਰ ਤੱਕ ਪੋਲੀਟੀਕਲ ਸੀਨ ਤੋਂ ਜਾਂ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ, ਉਨਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਜ਼ਰੂਰ ਹੋਏਗਾ, ਕਿਉਂਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਖਰ ਦੇ ਨੇਤਾ ਨੇ। ਔਰ ਖਾਸ ਤੌਰ ਤੇ ਇਹਦਾ ਜਿਹੜਾ ਅਸਰ ਆ ਉਹ ਮਾਝੇ ਦੇ ਵਿੱਚ ਜ਼ਰੂਰ ਵੇਖਿਆ ਜਾਏਗਾ, ਕਿਉਂਕਿ ਬਿਕਰਮ ਸਿੰਘ ਮਜੀਠੀਆ ਆਪਣੇ ਮਜੀਠਾ ਹਲਕੇ ਦੇ ਵਿੱਚ ਬਹੁਤ ਜ਼ਿਆਦਾ, ਤੁਹਾਨੂੰ ਪਤਾ, ਉਹ ਉੱਥੇ ਉਹਨਾਂ ਦਾ ਜਿਹੜਾ ਸਮਰਥਨ ਆ ਉਹਨਾਂ ਨੂੰ ਅਕਸਰ ਮਿਲਦਾ, ਤੇ ਆਪਣੀ ਸੀਟ ਤੇ ਤਾਂ ਉਹਨਾਂ ਨੂੰ ਮਿਲਦਾ ਹੀ ਆ, ਹੋਰ ਵੀ ਕਈ ਹਲਕਿਆਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਆ। ਸੋ ਦੇਖਦੇ ਆ ਕਿ ਇਹ ਕੇਸ ਜਿਹੜਾ ਕਿਸ ਕਰਵਟ ਜਾਂਦਾ ਜਾਂ ਕੀ ਇਹ ਸ਼ੇਪ ਲੈਂਦਾ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਇਸ ਦੇ ਨਾਲ ਜਿਉਂ-ਜਿਉਂ ਕੇਸ ਅੱਗੇ ਵੱਧਦਾ ਜਾਏਗਾ, ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਇੰਨੀ ਜਲਦੀ ਖਤਮ ਹੋਣ ਵਾਲੀਆਂ ਨਹੀਂ ਲੱਗਦੀਆਂ। ਜੀ ਰੰਧਾਵਾ, ਬਿਲਕੁਲ। ਜਿਹੜੀ ਇੱਕ FIR ਦਾ ਜ਼ਿਕਰ ਅਖਬਾਰ ਕਰ ਰਹੇ ਆ ਮਜੀਠਾ 'ਚ ਹੋਈ, ਮੈਂ ਉਹਦੇ ਤੇ ਵੀ ਤੁਹਾਡੀ ਟਿੱਪਣੀ ਚਾਹੁੰਦਾ ਹੈ ਕਿ ਆਖਰ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਜਾਂ ਇਹ ਬਿਲਕੁਲ ਵੱਖਰਾ ਕੋਈ ਪਹਿਲੂ ਆ? ਰੰਧਾਵਾ ਜੀ, ਸਾਨੂੰ ਹਜੇ ਤੱਕ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਕੇਸ ਦੇ ਨਾਲ ਜਿਹੜਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਆ। ਹਜੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ, ਨਾ ਹੀ ਕੋਈ ਇਸ ਤਰ੍ਹਾਂ ਦੇ ਤੱਥ ਸਾਡੇ ਸਾਹਮਣੇ ਆਏ ਆ। ਲੇਕਿਨ ਇਸ ਬਾਰੇ ਮੈਂ ਜ਼ਰੂਰ ਦੱਸਦਾ ਕਿ ਜਗਦੀਸ਼ ਸਿੰਘ ਭੋਲਾ, ਇਹਨਾਂ ਦਾ ਇੱਕ ਜ਼ਮੀਨ ਦਾ FIR ਹੋਈ ਸੀ, ਕੋਈ 32 ਕਨਾਲਾਂ ਤੋਂ ਵੱਧ ਜਿਹੜੀ ਜ਼ਮੀਨ ਸੀ ਉਹ ਸੀ। ਉਹ ਕਹਿੰਦੇ ਕਿ ਉਸ ਲੈਂਡ ਰਿਕਾਰਡ ਦਾ ਜਿਹੜਾ ਸਾਰਾ ਕੁਝ ਸੀ ਉਹ ਕਿਤੇ ਖੁਰਦ-ਬੁਰਦ ਹੋ ਗਿਆ ਜਾਂ ਕਿਤੇ ਗਵਾਚ ਗਿਆ। ਉਸ ਸਬੰਧ ਦੇ ਵਿੱਚ ਮਜੀਠਾ ਦੇ ਵਿੱਚ ਇੱਕ FIR ਦਰਜ ਕੀਤੀ ਗਈ ਆ, ਕਿਉਂਕਿ ਹਜੇ ਬਹੁਤ ਸਾਰੀਆਂ ਸਾਡੇ ਕੋਲ ਇਸ ਮੁਤਲਕ ਸਾਡੇ ਕੋਲ ਡਿਟੇਲਸ ਨਹੀਂ ਆ, ਸਾਡੇ ਕੋਲ ਇਸ ਸਬੰਧ ਦੇ ਵਿੱਚ ਹੋਰ ਜਾਣਕਾਰੀ ਨਹੀਂ ਆ। ਲੇਕਿਨ ਇਹ ਆਪਣੇ ਆਪ ਦੇ ਵਿੱਚ ਬੜੀ ਨਿਵੇਕਲੀ ਜੀ ਡਿਵੈਲਪਮੈਂਟ ਆ ਕਿ ਇਸ ਵਕਤ ਜਿਹੜਾ ਰਿਕਾਰਡ ਦਾ ਗਾਇਬ ਹੋ ਜਾਣਾ ਜਾਂ ਖੁਰਦ-ਬੁਰਦ ਹੋ ਜਾਣਾ। ਜੀ, ਟਾਈਮਿੰਗ ਬਿਲਕੁਲ ਉਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸਾਨੂੰ ਹੋਰ ਇਸ ਮੁਤਲਕ ਇਸ ਸੰਬੰਧ ਦੇ ਵਿੱਚ ਜਾਣਕਾਰੀ ਮਿਲੇ ਤੇ ਉਹ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ। ਜੀ ਰੰਧਾਵਾ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਾਡਾ ਕੋਈ ਨਾ ਤਾਂ ਇਹਦੇ ਸੰਬੰਧੀ ਦਾਅਵਾ ਹੈ, ਨਾ ਸਾਨੂੰ ਕੋਈ ਜਾਣਕਾਰੀ ਹੈ, ਨਾ ਅਸੀਂ ਇਹਨੂੰ ਕਿਸੇ ਵੀ ਪੱਧਰ ਦੇ ਉੱਤੇ ਸੁਚੇਤ ਅਚੇਤ
ਜੋੜ ਰਹੇ ਹਾਂ ਕਿਸੇ ਚੀਜ਼ ਨਾਲ, ਲੇਕਿਨ ਇਹ ਟਾਈਮਿੰਗ ਬੜੀ ਅਹਿਮ ਆ ਕਿ ਖਬਰ ਨਿਕਲ ਕੇ ਆ ਰਹੀ ਹੈ ਕਿ ਉੱਥੇ ਇੱਕ FIR ਹੋਈ ਹੈ, ਉਹ ਕੀ ਆ, ਉਹਦਾ ਕਿਹਦੇ ਨਾਲ ਸੰਬੰਧ ਆ ਜਾਂ ਕਿਹਦੇ ਨਾਲ ਨਹੀਂ, ਇਹ ਵੀ ਲਗਾਤਾਰ ਚਰਚਾ ਦੇ ਵਿੱਚ ਗੱਲ ਰਹੂਗੀ। ਕਿਉਂਕਿ ਜਦੋਂ ਪੋਲੀਟੀਸ਼ੀਅਨਸ ਦੇ ਨਾਲ ਜੁੜੇ ਕੇਸਾਂ ਦੀ ਗੱਲ ਹੁੰਦੀ ਹੈ, ਉੱਥੇ ਬਦਲਾਖੋਰੀ ਦੀ ਗੱਲ ਹੁੰਦੀ ਹੈ, ਪੋਲੀਟੀਕਲ ਵੈਂਡੇਟਾ ਦੀ ਗੱਲ ਹੁੰਦੀ ਹੈ, ਫਿਰ ਜਿਹੜੇ ਇਹ ਲੋਕ ਤਗੜੇ ਹੁੰਦੇ ਆ, ਅਕਸਰ ਇਹਨਾਂ ਚੀਜ਼ਾਂ ਦਾ ਬਹੁਤਾ ਅਸਰ ਇਹਨਾਂ ਦੇ ਸਿਆਸੀ ਕੈਰੀਅਰ ਤੇ ਨਹੀਂ ਹੁੰਦਾ। ਆਮ ਬੰਦਾ ਤੇ ਜਿਹੜਾ ਰੁਲ ਜਾਂਦਾ ਜੇ ਕਿਧਰੇ ਉਹ ਫਸ ਜੇ ਇਹਨਾਂ ਮਾਮਲਿਆਂ 'ਚ। ਮੈਂ ਗੱਲ ਕਰੂੰਗਾ ਪੰਜਾਬ ਦੇ ਇੱਕ ਹੋਰ ਤੇਜ਼ ਤਰਾਰ ਪੋਲੀਟੀਸ਼ੀਅਨ ਬੈਂਸ ਦੀ। ਸੋ ਸਿਮਰਜੀਤ ਬੈਂਸ ਦਾ ਜਿਹੜਾ ਉਹ ਮਾਮਲਾ ਹੈ, ਕਿੱਥੇ ਇੱਕ ਬਹੁਤ ਤੇਜ਼ ਤਰਾਰ ਪੋਲੀਟੀਸ਼ੀਅਨ ਹਰ ਜਗ੍ਹਾ ਤੇ ਖੜਾ ਮਿਲਦਾ ਸੀ, ਕਿਤੇ ਵੀ ਕੋਈ ਐਕਟੀਵਿਟੀ ਹੁੰਦੀ ਸੀ, ਕਿਤੇ ਵੀ ਕੋਈ ਪੋਲੀਟੀਕਲ ਚੇਂਜ ਆਉਂਦੀ ਸੀ, ਕਿਤੇ ਵੀ ਕੋਈ ਰੌਲਾ ਪੈਂਦਾ ਸੀ, ਭਾਵੇਂ ਉਹ ਬਟਾਲੇ ਦੇ ਵਿੱਚ ਤੁਹਾਨੂੰ ਯਾਦ ਹੋਣਾ ਫੈਕਟਰੀ ਦੇ ਵਿੱਚ ਧਮਾਕੇ ਤੋਂ ਬਾਅਦ DC ਨਾਲ ਸਿੱਧਾ ਉਲਝ ਗਏ, ਭਾਵੇਂ ਉਹ ਕਈ ਥਾਵਾਂ ਦੇ ਉੱਤੇ ਮਾਈਨਿੰਗ ਨੂੰ ਲੈ ਕੇ ਪਹੁੰਚ ਜਾਂਦੇ ਰਹੇ ਆ, ਪਾਸਪੋਰਟ ਦਫ਼ਤਰ ਦੇ ਵਿੱਚ ਜਿੱਦਾਂ ਉਹਨਾਂ ਨੇ ਜਾ ਕੇ ਪਾਸਪੋਰਟ ਅਧਿਕਾਰੀ ਨਾਲ ਪਰਚੇ ਵੀ ਬੜੇ ਹੋਏ, ਸਾਰਾ ਕੁਝ, ਪਰ ਇੱਕ ਪਰਚੇ ਨੇ ਬੰਦੇ ਦੀ ਧਾਰ ਬਦਲ ਕੇ ਰੱਖਤੀ। ਹੁਣ ਉਹ ਕੇਸ ਬਦਲਾਉਣਾ ਚਾਹੁੰਦੇ, ਇੱਥੇ ਵੀ ਟਿੱਪਣੀ ਕਰ ਦਿਓ। ਮੈਂ ਕਈ ਵਾਰੀ ਜਦੋਂ ਤੇਜ਼ ਤਰਾਰ ਜਿਹੜੇ ਸਾਡੇ ਲੀਡਰਸ ਹੁੰਦੇ ਨੇ, ਸਿਆਸਤਦਾਨ ਹੁੰਦੇ ਆ, ਉਹਨਾਂ ਵੱਲ ਦੇਖਦਾ ਤੇ ਬਹੁਤ ਸਾਰੇ ਸਾਡੇ ਇਸ ਤਰ੍ਹਾਂ ਦੇ ਸਿਆਸਤਦਾਨ, ਉਹ ਕਿਤੇ ਨਾ ਕਿਤੇ ਜਿਹੜੇ ਤੇਜ਼ ਤਰਾਰ ਬੋਲਣ ਦੇ ਵਿੱਚ ਬਹੁਤ ਵਧੀਆ ਬੁਲਾਰੇ, ਤੇ ਹਰ ਜਗ੍ਹਾ ਜਾ ਕੇ ਕਿਸੇ ਨਾ ਕਿਸੇ ਇਸ਼ੂ ਦੇ ਉੱਤੇ, ਮਾਮਲੇ ਦੇ ਉੱਤੇ ਜਦੋਂ ਬੋਲਦੇ ਆ ਤੇ ਬਹੁਤ ਅਗਾਂਹ ਵੱਧ ਕੇ ਬੋਲਦੇ ਆ, ਉਹਨਾਂ ਦਾ ਸਿਆਸੀ ਜੀਵਨ ਕਿਤੇ ਨਾ ਕਿਤੇ ਰੁਲ ਕੇ ਰਹਿ ਜਾਂਦਾ। ਇਸ ਤਰ੍ਹਾਂ ਦੀ ਕਈ ਉਦਾਹਰਨਾਂ ਆਪਣੇ ਕੋਲੇ ਆ। ਤੁਸੀਂ ਜਗਮੀਤ ਸਿੰਘ ਬਰਾੜ ਦੀ ਗੱਲ ਕਰ ਲਓ, ਤੁਸੀਂ ਚਾਹੇ ਵੀਰ ਦਵਿੰਦਰ ਸਿੰਘ ਹੋਣਾ ਦੀ ਗੱਲ ਕਰ ਲਓ, ਸੁਖਪਾਲ ਸਿੰਘ ਖਹਿਰਾ ਹੋਣਾ ਦੀ ਗੱਲ ਕਰ ਲਓ, ਤੇ ਤਾਜ਼ਾ ਉਦਾਹਰਨ ਮੇਰੇ ਕੋਲ ਨਵਜੋਤ ਸਿੰਘ ਸਿੱਧੂ ਹੋਣੀ, ਉਹ ਵੀ ਬੜੇ ਤੇਜ਼ ਤਰਾਰ ਨੇ। ਤੇ ਹੁਣ ਸਿਮਰਜੀਤ ਸਿੰਘ ਬੈਂਸ ਦੀ ਤੁਸੀਂ ਗੱਲ ਕਰ ਰਹੇ ਹੋ। ਦੇਖੋ, ਸਿਮਰਜੀਤ ਸਿੰਘ ਬੈਂਸ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਕੇਸ ਆ, ਜਿਹੜੀ ਅਦਾਲਤ 'ਚ ਹੋਣ ਲੱਗਿਆ, ਉਹਨੂੰ ਬਦਲ ਕੇ ਕਿਸੇ ਹੋਰ ਅਦਾਲਤ ਦੇ ਵਿੱਚ ਕੀਤਾ ਜਾਵੇ। ਠੀਕ ਹੈ, ਉਹਨਾਂ ਦਾ ਸਿਆਸੀ ਜੀਵਨ ਆ, ਉਹਨਾਂ ਦਾ ਇਹ ਅਧਿਕਾਰ ਵੀ ਬਣਦਾ। ਲੇਕਿਨ ਮੈਨੂੰ ਲੱਗਦਾ ਜਦੋਂ ਤੋਂ ਇਹ ਮਾਮਲਾ ਆਇਆ, ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਤੇ ਨਾ ਕਿਤੇ ਸਿਮਰਜੀਤ ਸਿੰਘ ਬੈਂਸ ਨੇ ਇਸ ਕੇਸ ਨੂੰ ਡੀਲ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੀ ਸਮਝਦਾਰੀ ਤੋਂ ਸ਼ਾਇਦ ਕੰਮ ਨਹੀਂ ਲਿਆ। ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਹਲਕਾ ਮਾਮਲਾ ਜਲਦੀ ਸੁਲਝ ਜਾਊਗਾ, ਜਾਂ ਉਹਨਾਂ ਨੂੰ ਇਹ ਲੱਗਦਾ ਸੀ, ਜੋ ਉਹਨਾਂ ਦੇ ਦਾਅਵੇ ਸੀ, ਕਿ ਇਹ ਤਾਂ ਮੇਰੇ ਤੇ ਸਿਆਸੀ ਦੂਸ਼ਣਬਾਜ਼ੀ ਆ, ਲੋਕ ਸਿਆਸੀ ਦੋਸ਼ ਲਾ ਰਹੇ ਨੇ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਲੇਕਿਨ ਜਿਸ ਵਿਕਟਮ ਨੇ ਇਹ ਸ਼ਿਕਾਇਤ ਕੀਤੀ ਹੈ, ਸਾਨੂੰ ਉਹਨਾਂ ਬਾਰੇ ਵੀ ਸੋਚਣਾ ਪਊਗਾ। ਬਹੁਤ ਦਿਨਾਂ ਤੱਕ ਉਹ ਔਰਤ ਤਖਤੀਆਂ ਲੈ ਕੇ, ਠੰਡ ਦੇ ਵਿੱਚ, ਗਰਮੀ ਦੇ ਵਿੱਚ ਉਹ ਬੈਠੀ ਹੋਈ ਸੀ। ਉਹ ਚਾਹੁੰਦੀ ਸੀ ਕਿ ਉਸਨੂੰ ਇਨਸਾਫ ਮਿਲੇ। ਬਹੁਤ ਸਾਰੇ ਲੋਕਾਂ ਨੇ ਇਹਨੂੰ ਸਿਆਸੀ ਰੰਗ ਦੇਣ ਦੀ ਵੀ ਕੋਸ਼ਿਸ਼ ਕੀਤੀ, ਪਰ ਹੁਣ ਜਿਉਂ-ਜਿਉਂ ਕੇਸ ਅੱਗੇ ਵਧ ਰਿਹਾ, ਲੱਗਦਾ ਨਹੀਂ ਹੈ ਕਿ ਇਹਨਾਂ ਸਿਮਰਜੀਤ ਸਿੰਘ ਬੈਂਸ ਹੋਣ ਦੀਆਂ ਮੁਸ਼ਕਲਾਂ ਇੰਨੀ ਜਲਦੀ ਖਤਮ ਹੋ ਜਾਣਗੀਆਂ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਅਕਸਰ ਜਿਹੜੇ ਕੇਸ ਟੋਟਲ ਝੂਠ ਤੇ ਖੜੇ ਹੁੰਦੇ ਆ, ਉਹ ਪੈਂਦੇ ਹੀ ਡਿੱਗ ਪੈਂਦੇ ਆ। ਸਾਡੀ ਪੁਲਿਸ ਭਾਵੇਂ ਕਿੰਨੀ ਵੀ ਤੁਸੀਂ ਉਹਦੇ ਤੇ ਦੋਸ਼ ਪ੍ਰਤੀਦੋਸ਼ ਕਰਦੇ ਰਹੋ, ਲੇਕਿਨ ਇਹ ਸੁੰਘ ਕੇ ਹੀ ਪਤਾ ਲਾ ਲੈਂਦੇ ਕਿ ਸੱਚਾਈ ਕਿੰਨੀ ਕੁ ਹੈ। ਔਰ ਇਹ ਵੀ ਸੁਣਿਆ ਗਿਆ ਸੀ ਕਿ ਕੈਪਟਨ ਨਾਲ ਵੀ ਤੇ ਹੁਣ ਚੰਨੀ ਨਾਲ ਵੀ ਬੈਂਸ ਸਾਹਿਬ ਚੰਗੇ ਹੀ ਚੱਲਦੇ ਪਏ ਆ, ਕੋਈ ਪੰਗੇ 'ਚ ਹੈ ਨਹੀਂ ਗਏ ਇਹਨਾਂ ਦਿਨਾਂ ਦੇ ਵਿੱਚ। ਔਰ ਫਿਰ ਵੀ ਜੇ ਇਹ ਕੇਸ ਅਦਾਲਤਾਂ ਰਾਹੀਂ ਅੱਗੇ ਵੱਧਦਾ ਜਾ ਰਿਹਾ, ਤਾਂ ਬੈਂਸ ਨੇ ਅਜੇ ਇਹਦੇ 'ਚ ਆਪਣੀ ਸਫਾਈ ਦੇਣੀ। ਸਾਨੂੰ ਨਹੀਂ ਪਤਾ ਸੱਚ ਕੀ ਆ, ਪਰ ਝੂਠੇ ਕੇਸ ਜਾਂ ਬਿਲਕੁਲ ਹੀ ਆਧਾਰਹੀਣ ਕੇਸ ਜਿਹੜੇ ਹੁਣ ਤੱਕ ਡਿਗ-ਡਗਾ ਜਾਣੇ ਸੀ, ਤੇ ਬਹੁਤੀ ਵਾਰੀ ਬੰਦੇ ਜਿਹੜੇ ਆਪ ਵੀ ਡਿੱਗ ਪੈਂਦੇ ਆ, ਜਿਹੜੇ ਦੋਸ਼ ਲਾਉਣ ਵਾਲੇ ਹੁੰਦੇ ਆ। ਪਰ ਜੇ ਕੁਝ ਗੱਲ ਅੱਗੇ ਵੱਧਦੀ ਪਈ ਆ, ਤੇ ਬੈਂਸ ਸਾਹਿਬ ਨੂੰ ਪਬਲਿਕ ਜੀਵਨ 'ਚ ਇਹਦੇ ਸੰਬੰਧੀ ਸਾਫ਼ ਕਰ ਦੇਣੀਆਂ ਚਾਹੀਦੀਆਂ ਚੀਜ਼ਾਂ। ਭੱਜਿਆ ਬਹੁਤੀ ਦੇਰ ਭੱਜ ਨਹੀਂ ਹੁੰਦਾ, ਲੇਕਿਨ ਕਈ ਵਾਰੀ ਭੱਜ ਕੇ ਬਚ ਵੀ ਜਾਂਦੇ ਆ ਲੋਕ, ਵੱਡੀ ਗੱਲ ਨਹੀਂ। ਇਹ ਪੰਜਾਬ ਆ, ਪੰਜਾਬ ਦੇ ਵਿੱਚ ਲੋਕਾਂ ਨੂੰ ਭੱਜਣਾ ਵਾਹਵਾ ਆਉਂਦਾ, ਖੁਰਾਕਾਂ ਤਗੜੀਆਂ ਨੇ। ਮੈਂ ਛੱਡ ਦਿੰਦਾ ਇਸ ਗੱਲ ਨੂੰ, ਪਰ ਬੁੱਲੀ ਬਾਈ ਐਪ ਜਿਹੜੀ ਆ, ਇਹਦੇ ਬਾਰੇ ਮੈਨੂੰ ਜ਼ਰੂਰ ਟਿੱਪਣੀ ਦੇ ਦਿਓ। ਸਿੱਖਾਂ ਨਾਲ ਜੋੜ ਕੇ ਕੋਈ ਗੱਲ ਹੋਈ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿ ਰਹੇ ਨੇ ਕਿ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਨੇ, ਤੇ ਮੈਨੂੰ ਇਹਦੇ ਤੇ ਜ਼ਰਾ ਜਾਂਦੇ ਜਾਂਦੇ ਦੱਸ ਦਿਓ, ਮਾਮਲੇ ਨੂੰ ਸਿੱਖਾਂ ਨਾਲ ਕਿਵੇਂ ਜੋੜ ਲਿਆ ਗਿਆ। ਹਾਲਾਂਕਿ ਤੁਸੀਂ ਇਹਦੇ ਤੇ ਇੱਕ ਛੋਟੀ ਜਿਹੀ ਗੱਲ ਤਾਂ ਕਰ ਹੀ ਚੁੱਕੇ ਹੋ। ਮੈਂ ਚਾਹੁੰਦਾ ਹਾਂ ਕਿ ਇਹਦੇ ਤੇ ਤੁਸੀਂ ਟਿੱਪਣੀ ਦਿਓ। ਰੰਧਾਵਾ ਜੀ, ਤੁਸੀਂ ਦੇਖੋ, ਮੈਨੂੰ ਯਾਦ ਆ ਜਦੋਂ ਜੁਲਾਈ ਦੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਐਪ ਆਈ ਸੀ, ਉਹਦਾ ਨਾਂ ਸੀ ਸੁਲੀ ਡੀਲਸ। ਸੁਲੀ ਡੀਲਸ ਕਰਕੇ ਜਦੋਂ ਆਉਂਦੀ ਹੈ, ਤੇ ਦਿੱਲੀ ਦੀ ਪੁਲਿਸ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਤੇ ਕਾਰਵਾਈ ਕਰੋ, ਉਹ ਕਾਰਵਾਈ ਨਹੀਂ ਕਰਦੇ। ਫਿਰ ਆਉਂਦੀ ਹੈ ਇਹ ਐਪ ਬੁੱਲੀ ਬਾਈ। ਮੈਂ ਪਹਿਲਾਂ ਤਾਂ ਇਹ ਦੱਸਦਾ ਆਪਣੇ ਦਰਸ਼ਕਾਂ ਨੂੰ, ਜਿਨ੍ਹਾਂ ਨੂੰ ਸ਼ਾਇਦ ਪਤਾ ਨਾ ਹੋਵੇ, ਕਿ ਇਹ ਕੀ ਐਪਸ ਕਰਦੀਆਂ ਕੀ ਆ। ਇਹ ਔਰਤਾਂ ਦੀਆਂ ਤਸਵੀਰਾਂ ਲੈਂਦੇ ਨੇ, ਔਰਤਾਂ ਦੀਆਂ ਤਸਵੀਰਾਂ ਲੈ ਕੇ ਇਹ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਫਿਰ ਇੱਕ ਤਰ੍ਹਾਂ ਦੀ ਉਹਨਾਂ ਦੀ ਬੋਲੀ ਲੱਗਦੀ ਆ। ਔਰ ਰੰਧਾਵਾ ਜੀ, ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜ਼ਿਆਦਾਤਰ ਔਰਤਾਂ, ਬਲਕਿ ਜ਼ਿਆਦਾਤਰ ਕੀ 99% ਮੁਸਲਿਮ ਔਰਤਾਂ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਹੁਣ ਜਦੋਂ ਬੁੱਲੀ ਬਾਈ ਆਈ ਹੈ, ਦੁਬਾਰਾ ਰੌਲਾ ਪਿਆ,
ਤੇ ਫਿਰ ਮੁੰਬਈ ਪੁਲਿਸ ਨੇ, ਦੇਖੋ ਮੁੰਬਈ ਪੁਲਿਸ ਨੇ ਇਹ ਕਾਰਵਾਈ ਸ਼ੁਰੂ ਕੀਤੀ ਹੈ। ਇੱਕ ਗੱਲ ਮੈਂ ਜ਼ਰੂਰ ਇੱਥੇ ਕਹਿਣਾ ਚਾਹੂੰਗਾ, ਕਿਤੇ ਨਾ ਕਿਤੇ ਜਿਹੜੀਆਂ ਭਾਜਪਾ ਦੀਆਂ ਜਿੱਥੇ ਵੀ ਸਰਕਾਰਾਂ ਨੇ ਭਾਰਤ ਦੇ ਵਿੱਚ, ਉਹ ਜਦੋਂ ਹੇਟ ਕ੍ਰਾਈਮਸ ਹੁੰਦੇ ਨੇ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਘੱਟ ਗਿਣਤੀ ਦੇ ਖਿਲਾਫ ਕਿਸੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਆ, ਇਹ ਜਿਹੜੀ ਉੱਥੋਂ ਦੀ ਪੁਲਿਸ ਆ ਉਹ ਜ਼ਿਆਦਾ ਕਾਰਵਾਈ ਕਰਦੀ ਹੋਈ ਦਿਸਦੀ ਨਹੀਂ। ਇਹ ਗੱਲ ਬਾਰ-ਬਾਰ ਸਾਨੂੰ ਆਉਂਦੀ ਆ, ਕਿਤੇ ਨਾ ਕਿਤੇ ਉਹ ਸਮਝੌਤੇ ਕਰ ਲੈਂਦੀ ਆ। ਲੇਕਿਨ ਮੁੰਬਈ ਪੁਲਿਸ ਨੇ ਹੁਣ 3 ਗ੍ਰਿਫਤਾਰੀਆਂ ਇਸ ਵਿੱਚ ਕੀਤੀਆਂ। ਇੱਕ ਤਾਂ ਉਹਨਾਂ ਨੇ 21 ਸਾਲਾਂ ਦਾ ਮੁੰਡਾ ਹੈਗਾ ਜਿਹਦਾ ਨਾਮ ਹੈ ਵਿਸ਼ਾਲ ਕੁਮਾਰ ਝਾ, ਉਹ ਬੰਗਲੌਰ ਦਾ ਇੱਕ ਇੰਜੀਨੀਅਰਿੰਗ ਸਟੂਡੈਂਟ ਆ, ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਇੱਕ ਉਹਨਾਂ ਨੇ ਸ਼ਵੇਤਾ ਸਿੰਘ ਨਾਮ ਦੀ ਕੁੜੀ ਆ ਜਿਹੜੇ ਉੱਤਰਾਖੰਡ ਤੋਂ ਆ, ਉਹ 19 ਸਾਲਾਂ ਦੀ ਆ, ਉਹਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਇੱਕ ਹੋਰ ਆ ਮਯੰਕ ਰਾਵਲ, ਉਹਨੂੰ ਵੀ ਉੱਤਰਾਖੰਡ ਤੋਂ, ਉਹ ਵੀ 21 ਸਾਲਾਂ ਦਾ। ਤੁਸੀਂ ਦੇਖੋ ਇਹ ਸਾਰੇ ਨੌਜਵਾਨ ਬੱਚੇ ਆ, ਔਰ ਜਿਸ ਤਰ੍ਹਾਂ ਦਾ ਮਾਹੌਲ ਇੱਕ ਪੈਦਾ ਕੀਤਾ ਜਾ ਰਿਹਾ, ਇਹ ਕਿਸ ਤਰ੍ਹਾਂ ਉਸ 'ਚ ਸ਼ਾਮਲ ਹੋ ਗਏ। ਇਹ ਨੌਜਵਾਨ ਉਹ ਏਜ 'ਚ ਆ, ਉਸ ਉਮਰ 'ਚ ਆ ਜਦੋਂ ਇਹਨਾਂ ਨੇ ਆਪਣੇ ਆਉਣ ਵਾਲੇ ਭਵਿੱਖ ਦਾ ਜਿਹੜਾ ਹੈਗਾ ਭਵਿੱਖ ਬਣਾਉਣੇ ਆ, ਆਪਣੇ ਫਿਊਚਰ ਬਣਾਉਣੇ ਆ, ਆਪਣੇ ਕਰੀਅਰਸ ਬਣਾਉਣੇ ਆ। ਲੇਕਿਨ ਇਹ ਕਿਹੜੇ ਕੰਮਾਂ 'ਚ ਪਏ ਹੋਏ ਆ, ਜੇ ਗੱਲ ਇਹ ਸਾਬਤ ਹੋ ਜਾਂਦੀ ਹੈ ਤਾਂ। ਅੱਗੇ ਆਉਣੇ ਆ ਜਿਹੜਾ ਹਰਜਿੰਦਰ ਸਿੰਘ ਧਾਮੀ, ਜਿਹੜੇ SGPC ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦਾ ਕਹਿਣਾ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਗਿਆ। ਦੇਖੋ ਇਹਦੇ ਵਿੱਚ ਜਿੰਨੇ ਇਹ ਅਕਾਊਂਟਸ ਬਣੇ ਸੀ, ਕਿਸੇ ਨੇ ਆਪਣੇ ਆਪ ਨੂੰ ਖਾਲਸਾ ਕਿਹਾ ਸੀ, ਕਿਸੇ ਨੇ ਕਿਹਾ ਸੀ ਖਾਲਸਾ ਸੁਪਰਮੈਸਿਸਟ ਗਰੁੱਪ ਆ, ਜਾਂ ਕੋਈ ਇਸ ਤਰ੍ਹਾਂ ਦੇ ਤਮਾਮ ਉਹ ਸਿੱਖ ਜਥੇਬੰਦੀਆਂ ਦੇ ਨਾਮ ਲੈ ਕੇ। ਦਰਅਸਲ ਇਹਦੇ ਪਿੱਛੇ ਜੋ ਹਜੇ ਤੱਕ ਮਕਸਦ ਇਹ ਆਇਆ, ਇਹਦੇ ਪਿੱਛੇ ਮਕਸਦ ਰੰਧਾਵਾ ਜੀ ਇਹ ਆਇਆ ਹਜੇ ਤੱਕ, ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਸਿੱਖਾਂ ਨੂੰ ਮੁਸਲਿਮ ਭਾਈਚਾਰੇ ਦੇ ਖਿਲਾਫ ਕਿਤੇ ਖੜਾ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਹੋਇਆ, ਬਹੁਤ ਸਾਰੇ ਭਾਈਚਾਰਾ ਜਦੋਂ ਇਕੱਠਾ ਹੋ ਗਿਆ, ਲੰਗਰ ਦੀ ਸਾਂਝ ਪਈ, ਆਪਸ ਦੇ ਵਿੱਚ ਮਿਲ ਕੇ ਬੈਠੇ, ਉਹ ਜਿਹੜੀਆਂ ਵਿਤਕਰੇ ਸੀ ਜਾਂ ਮਤਭੇਦ ਸੀ ਉਹ ਖਤਮ ਹੋ ਗਏ। ਸੋ ਇਸ ਦਾ ਮਕਸਦ ਜਿਹੜੀ ਮੁੱਢਲੀ ਜਾਂਚ ਆਈ ਆ ਉਹ ਇਹੀ ਆ। ਲੇਕਿਨ ਇੱਕ ਗੱਲ ਸਾਨੂੰ ਸਾਰਿਆਂ ਨੂੰ ਚਿੰਤਾ ਦਾ ਵਿਸ਼ਾ ਕਿ ਇਕੱਲੀਆਂ ਮੁਸਲਿਮ ਔਰਤਾਂ ਨੂੰ, ਹੋਰ ਬਹੁਤ ਸਾਰੀਆਂ ਐਪਸ ਆ ਜਿਹ 'ਚ ਹਿੰਦੂ ਔਰਤਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ। ਸੋ ਗੱਲ ਧਰਮ ਦੀ ਨਹੀਂ ਹੈ, ਲੇਕਿਨ ਕਿਸੇ ਵੀ ਔਰਤ ਨੂੰ, ਕਿਸੇ ਵੀ ਧਰਮ ਨਾਲ, ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਟਾਰਗੇਟ ਕਰਨਾ ਵਾਕਿਆ ਮੈਨੂੰ ਲੱਗਦਾ ਬਹੁਤ ਮੰਦਭਾਗੀ ਗੱਲ ਆ। ਔਰ ਇਹਦਾ ਅਕਸ ਆ ਜਿਹੜਾ ਸਾਡਾ, ਉਹ ਪੂਰੀ ਦੁਨੀਆ ਦੇ ਵਿੱਚ ਖਰਾਬ ਹੁੰਦਾ। ਇੱਕ ਚੀਜ਼ ਮੈਂ ਇਹ 'ਚ ਹੋਰ ਵੀ ਐਡ ਕਰਦਾ, ਪਾਕਿਸਤਾਨ ਨੇ ਇੰਡੀਆ ਦੇ ਹਾਈ ਕਮਿਸ਼ਨਰ ਨੂੰ ਸਮਨ ਕੀਤਾ ਇਸ ਮਾਮਲੇ ਉੱਤੇ ਕਿ ਤੁਸੀਂ ਪੇਸ਼ ਆਓ ਤੇ ਸਾਨੂੰ ਐਕਸਪਲੇਨ ਕਰੋ ਕਿ ਇਹ ਮਾਮਲਾ ਤੁਹਾਡੇ ਮੁਲਕ ਦੇ ਵਿੱਚ ਕਿਉਂ ਹੋ ਰਿਹਾ। ਜਦੋਂ ਅੱਜ ਪਾਕਿਸਤਾਨ ਕਰ ਰਿਹਾ, ਕੱਲ ਨੂੰ ਦੇਸ਼ ਦੇ ਕਈ ਹੋਰ ਜਿਹੜੇ ਮੁਸਲਿਮ ਮੁਲਕ ਆ ਉਹ ਵੀ ਇਸ ਦਾ ਜਿਹੜਾ ਘੱਟੋ ਘੱਟ ਸੰਗਿਆਨ ਲੈ ਸਕਦੇ ਆ, ਉਹ ਵੀ ਇਸ ਦਾ ਨੋਟਿਸ ਲੈ ਸਕਦੇ ਆ। ਸੋ ਇਸ ਉੱਤੇ ਤਹਿਕੀਕਾਤ ਹੋਣੀ, ਔਰ ਉਹਨਾਂ ਸਾਰੇ ਲੋਕਾਂ ਨੂੰ ਜੋ ਇਸ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ। ਜੀ ਰੰਧਾਵਾ ਜੀ। ਬਿਲਕੁਲ ਠੀਕ ਤੁਹਾਡੀ ਗੱਲ, ਲੇਕਿਨ ਗੱਲ ਕਿਸੇ ਪਾਕਿਸਤਾਨ ਜਾਂ ਹੋਰ ਮੁਸਲਿਮ ਕੰਟਰੀ ਦੀ ਨਹੀਂ। ਸਾਡੀ ਵੀ ਕੋਈ ਨੈਤਿਕਤਾ ਹੈ, ਸਾਡੀ ਵੀ ਕੋਈ ਐਥਿਕਸ ਨੇ, ਸਾਨੂੰ ਵੀ ਆਪਣੇ ਦੇਸ਼ ਦੀ ਮਰਿਆਦਾ ਦਾ ਧਿਆਨ ਰੱਖਣਾ ਹੈ। ਗੱਲ ਪਾਕਿਸਤਾਨ ਦੇ ਆਪਣੇ ਹਾਲਾਤ ਦੀ ਵੀ ਕੋਈ ਬਹੁਤੀ ਚੰਗੀ ਨਹੀਂ, ਉੱਥੇ ਵੀ ਔਰਤਾਂ ਨੂੰ ਕਿੰਨਾ ਕੁ ਸਨਮਾਨ ਹੈ ਸਾਨੂੰ ਪਤਾ ਹੀ ਹੈ, ਉੱਥੇ ਵੀ ਉਹਨਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਨੇ। ਸਵਾਲ ਤਾਂ ਇਸ ਗੱਲ ਦਾ ਹੈ ਕਿ ਇਹ 20-21 ਸਾਲ ਜਾਂ 19 ਸਾਲ ਦੇ ਬੱਚਿਆਂ ਕੋਲ ਏਡੀ ਵੱਡੀ ਸਮਝ ਕਿੱਥੋਂ ਆ ਗਈ ਕਿ ਉਹ ਕਿਸੇ ਇੱਕ ਭਾਈਚਾਰੇ ਨੂੰ, ਦੂਜੇ ਭਾਈਚਾਰੇ ਸਿੱਖਾਂ ਨੂੰ, ਮੁਸਲਮਾਨਾਂ ਦੇ ਖਿਲਾਫ ਖੜੇ ਕਰ ਸਕਣ। ਉਦੋਂ ਤੇ ਮਸਾਂ ਅਜੇ ਆਪਣੇ ਆਪ ਦੀ ਸਮਝ ਨਹੀਂ ਹੁੰਦੀ। ਔਰ ਜਿੰਨਾ ਖਿੱਤਿਆਂ 'ਚ ਇਹ ਲੋਕ ਆ ਰਹੇ ਆ, ਉੱਥੇ ਕੋਈ ਸਿੱਖਾਂ ਨਾਲ ਸੰਬੰਧਿਤ ਕੋਈ ਵੱਡੇ ਮਾਮਲੇ ਵੀ ਹੈ ਨਹੀਂ ਗੇ, ਉਹਨਾਂ ਨੂੰ ਸ਼ਾਇਦ ਸਿੱਖ ਕਮਿਊਨਿਟੀ ਬਾਰੇ ਵੀ ਜ਼ਿਆਦਾ ਨਾ ਪਤਾ ਹੋਵੇ। ਇਹ ਵੱਡਾ ਸਵਾਲ ਆ ਕਿ ਕੀ ਇਹਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਹੈ, ਕੋਈ ਬਹੁਤ ਵੱਡੇ ਸ਼ਾਤਰ ਲੋਕ ਨੇ। ਵੱਡੀ ਗੱਲ ਇਸ ਤੋਂ ਵੀ ਆ ਕਿ ਗੱਲ ਭਾਜਪਾ ਦੀਆਂ ਸਰਕਾਰਾਂ ਨੂੰ ਜੇ ਅਸੀਂ ਪਾਸੇ ਵੀ ਰੱਖ ਲਈਏ, ਸਾਰੇ ਦੇਸ਼ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ ਕਿਸੇ ਦੀ ਵੀ ਸਰਕਾਰ ਉਹ ਵਾਰਾਖਾਂਦੀ ਪੋਲਿਟਿਕਸ ਕਰਦੀ ਹੈ। ਉਹ ਉਦੋਂ ਹੀ ਪਰਚਾ ਦਰਜ ਕਰਦੀ ਹੈ, FIR ਕਰਦੀ ਹੈ ਜਦੋਂ ਉਹਨੂੰ ਲੱਗਦਾ ਕਿ ਇੱਥੇ ਸਾਨੂੰ ਫਾਇਦਾ ਹੈ। ਇਹੋ ਜਿਹੇ ਸਮੂਹਿਕ ਕੇਸਾਂ ਦੇ ਵਿੱਚ ਅਕਸਰ ਅੱਖਾਂ ਮੀਟ ਲੈਣੀਆਂ, ਹੋਰ ਲੋਕਾਂ ਨੂੰ ਵੀ ਇੱਕ ਉਤਸ਼ਾਹ ਮਿਲਦਾ ਹੈ ਕਿ ਉਹ ਵੀ ਇੱਧਰ ਜਾਣ, ਕਿਉਂਕਿ ਇਹਨਾਂ ਚੀਜ਼ਾਂ 'ਚ ਪੈਸੇ ਵੀ ਬੜੇ ਹੁੰਦੇ ਆ, ਇੱਥੇ ਲੋਕ ਫਸ ਵੀ ਬੜੇ ਜਾਂਦੇ ਆ। ਬੜੀਆਂ ਸਾਡੇ ਦੇਸ਼ ਦੇ ਵਿੱਚ ਉਲਝਣਾਂ ਨੇ, ਨੌਜਵਾਨ ਹੱਥਾਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ, ਤੇ ਸਾਡੇ ਦੇਸ਼ ਦੇ ਵਿੱਚ ਦਿਸ਼ਾਹੀਣ ਰਾਜਨੀਤੀ ਇਹਨਾਂ ਚੀਜ਼ਾਂ ਨੂੰ ਐਪਰੀਸ਼ੀਏਟ ਵੀ ਕਰਦੀ ਹੈ। ਲੋਕਾਂ ਨੂੰ ਵਰਤਿਆ ਵੀ ਜਾਂਦਾ ਹੈ, ਸੋਸ਼ਲ ਮੀਡੀਆ ਦੇ ਮੰਚ ਜਿਹੜੇ ਵੱਡੇ ਹੋ ਜਾਂਦੇ ਉਹਨਾਂ ਨੂੰ ਵੀ ਵਰਤਿਆ ਜਾ ਰਿਹਾ, ਔਰ ਇਹ ਰੌਲੇ ਪੈਂਦੇ ਹੀ ਰਹਿੰਦੇ ਆ, ਅਦਾਲਤਾਂ ਦੇ ਵਿੱਚ ਚੱਕਰ ਜਾਂਦੇ ਰਹਿੰਦੇ ਆ। ਮੈਨੂੰ ਲੱਗਦਾ ਅਸੀਂ ਕਾਫੀ ਅੱਗੇ ਲੰਘ ਆਏ। ਮਨਪ੍ਰੀਤ ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।